ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਾਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ। ਹਰ ਸਤਿਗੁਰ ਮੇਲਹੁ ਦਇਆ ਕਰ, ਜਨ ਨਾਨਕ ਧੋਵੈ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਣੇ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਗੁਰੂ ਕੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ। ਅੱਜ ਸਾਧ ਸੰਗਤ ਜੀ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ 366 ਸਾਲਾ ਪ੍ਰਕਾਸ਼ ਗੁਰਪੁਰਬ ਹੈ। ਅੱਜ ਦੇ ਦਿਨ ਮਹਾਰਾਜ ਸਾਹਿਬ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਧਾਰਿਆ। ਗੁਰੂ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਆਪ ਸਰਬੱਤ ਗੁਰੂ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਤੋ ਮਹਾਰਾਜ ਸਾਹਿਬ ਗਰੀਬ ਨਵਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਆ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਜੋ ਪਵਿੱਤਰ ਪੰਕਤੀ ਹੈ, ਆਪਾਂ ਅਰਦਾਸ ਦੇ ਵਿੱਚ ਸਵੇਰੇ ਸ਼ਾਮ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਪਾਸ ਜਦੋਂ ਅਰਦਾਸ ਕਰਦੇ ਹਾਂ, ਉਸ ਮੌਕੇ ਤੇ ਇਹ ਪੌੜੀ ਦੇ ਵਿੱਚੋਂ ਆਪਾਂ ਪਵਿੱਤਰ ਪੰਕਤੀ ਪੜ੍ਹਦੇ ਹਾਂ। 8ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੰਬੰਧ ਵਿੱਚ ਜੋ ਦਸਮ ਪਾਤਸ਼ਾਹ ਜੀ ਨੇ ਉਚਾਰਨ ਕੀਤਿਆ ਹੈ ਵਚਨ,
ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਭਗਉਤਿਕੀ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਇਹ ਅਰਦਾਸ ਉਚਾਰਨ ਕੀਤੀ ਹੈ। ਸਭ ਮਾਈ ਭਾਈ ਪ੍ਰੇਮ ਸਹਿਤ ਹਾਜ਼ਰੀ ਲਾਈਏ ਜੀ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ। ਸਾ ਧਰਤੀ ਭਈ ਹਰਿਆਵਲੀ, ਸਾ ਧਰਤੀ ਭਈ ਹਰਿਆਵਲੀ, ਜਿੱਥੈ ਮੇਰਾ ਸਤਿਗੁਰ ਬੈਠਾ ਆਏ, ਜਿੱਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧਨ ਧਨ ਪਿਤਾ ਧਨ ਧਨ ਕੁਲ, ਧਨ ਧਨ ਪਿਤਾ ਧਨ ਧਨ ਕੁਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਉਹ ਧਰਤੀ ਵੀ ਸਾਧ ਸੰਗਤ ਜੀ ਧੰਨ ਧੰਨ ਹੈ, ਉਹ ਕੁਲ ਵੀ ਧੰਨ ਧੰਨ ਹੈ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰ, ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾ ਤੱਕ ਦਰਸ ਨਿਹਾਰੀ। ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨਿਹਚਲ ਨੀਵ ਉਸਾਰ ਖਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਅੱਜ ਦਾ ਦਿਹਾੜਾ ਹੈ ਬਿਕਰਮੀ ਸੰਮਤ 1713, ਈਸਵੀ ਸਨ 1656। ਅੱਜ ਤੋਂ 366 ਸਾਲ ਪਹਿਲਾਂ ਅੰਮ੍ਰਿਤ ਵੇਲਾ ਹੈ। 3 ਘੜੀਆਂ ਦਾ ਸਮਾਂ ਹਾਲੇ ਦਿਨ ਦੇ ਚੜ੍ਹਾਅ ਦੇ ਵਿੱਚ ਬਾਕੀ ਹੈ। 3 ਘੜੀਆਂ ਅੰਮ੍ਰਿਤ ਵੇਲਾ, ਲੋ ਲੱਗਣ ਤੋਂ ਪਹਿਲਾਂ, ਦਿਨ ਦੇ ਚੜ੍ਹਾਅ ਤੋਂ 3 ਘੜੀਆਂ ਪਹਿਲਾਂ ਧੰਨ ਧੰਨ ਪਿਤਾ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਧੰਨ ਮਾਤਾ ਕ੍ਰਿਸ਼ਨ ਕੌਰ ਜੀ, ਭਾਗਾਂ ਵਾਲੀ ਧਰਤੀ ਸ੍ਰੀ ਕੀਰਤਪੁਰ ਸਾਹਿਬ। ਔਰ ਉਸ ਵੇਲੇ ਆਕਾਸ਼ ਵਿੱਚ ਬੱਦਲ ਹੋਏ ਆ ਤੇ ਨਿੱਕੀ ਨਿੱਕੀ ਕਣੀ ਦਾ ਮੀਂਹ ਪੈ ਰਿਹਾ, ਬੂੰਦਾਬਾਂਦੀ ਹੋ ਰਹੀ ਹੈ।
3 ਘੜੀਆਂ ਦੇ ਅੰਮ੍ਰਿਤ ਵੇਲੇ 8ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਜ ਦੇ ਦਿਨ ਪ੍ਰਕਾਸ਼ ਧਾਰਿਆ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ। 24 ਮਿੰਟ ਦੀ ਘੜੀ ਹੁੰਦੀ ਹੈ, 72 ਮਿੰਟ ਦਾ ਸਮਾਂ ਬਣਦਾ ਹੈ ਕਿ ਦਿਨ ਚੜ੍ਹਨ ਤੋਂ 72 ਮਿੰਟ ਪਹਿਲਾਂ, 1 ਘੰਟਾ ਤੇ 12 ਮਿੰਟ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਧਾਰਿਆ ਤੇ ਝੜੀ ਲੱਗੀ ਹੋਈ ਹੈ। ਸਾਉਣ ਮਹੀਨੇ ਦੀ ਬੂੰਦਾਬਾਂਦੀ ਹੋ ਰਹੀ ਹੈ। ਗੁਰੂ ਸਾਹਿਬ ਜੀ ਪ੍ਰਗਟ ਹੋਏ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਸਾਧ ਸੰਗਤ ਜੀ ਫਿਰ 5.25 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਣਾ ਕੀਤਾ। 1661 ਈਸਵੀ ਸਨ ਨੂੰ ਮਹਾਰਾਜ ਸਾਹਿਬ ਜੀ ਗੁਰਿਆਈ ਦੇ ਤਖਤ ਤੇ ਸੋਭਨੀਕ ਹੋਏ। ਬਿਕਰਮੀ ਸੰਮਤ 1718 ਤੇ 2 ਸਾਲ 5 ਮਹੀਨੇ ਤੇ 26 ਦਿਨ ਮਹਾਰਾਜ ਸਾਹਿਬ ਜੀ ਨੇ ਗੁਰਿਆਈ ਕੀਤੀ ਹੈ। 8ਵੇਂ ਪਾਤਸ਼ਾਹ ਜੀ 2.5 ਸਾਲ ਦਾ ਸਮਾਂ, ਪੌਣੇ 8 ਸਾਲ ਸਾਰੀ ਸਰੀਰ ਕਾਰਬਲਾ ਹੋਈ ਹੈ 8ਵੇਂ ਪਾਤਸ਼ਾਹ ਮਹਾਰਾਜ ਜੀ। ਭਾਈ ਕਾਹਨ ਸਿੰਘ ਨਾਭਾ ਜੀ ਲਿਖਦੇ ਆ ਕਿ ਮਹਾਰਾਜ ਸਾਹਿਬ ਜੀ ਦੀ ਸਾਰੀ ਸਰੀਰ ਕਾਰਬਲਾ 7 ਸਾਲ 8 ਮਹੀਨੇ ਤੇ 26 ਦਿਨ ਹੋਈ। ਤੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਬਚਪਨ ਦੀ ਅਵਸਥਾ ਦੇ ਵਿੱਚ ਹੀ ਸਾਧ ਸੰਗਤ ਜੀ ਛੋਟੀ ਜਿਹੀ ਉਮਰ ਦੇ ਵਿੱਚ ਹੀ ਮਹਾਰਾਜ ਸਾਹਿਬ ਗੁਰਤਾ ਗੱਦੀ ਦੇ ਮਾਲਕ ਬਣੇ। ਪਿਤਾ ਸਤਿਗੁਰੂ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਆਪ ਜੀ ਨੂੰ ਗੁਰਿਆਈ ਦਾ ਤਖਤ ਬਖਸ਼ਿਆ ਤੇ ਆਪ ਜੀ ਗੁਰਬਾਣੀ ਆਪਣੀ ਰਸਨਾ ਤੋਂ ਪਾਵਨ ਪੋਥੀ ਸਾਹਿਬ ਪ੍ਰਕਾਸ਼ ਕਰਕੇ ਪੜ੍ਹਿਆ ਕਰਦੇ। ਮਹਾਰਾਜ ਸਾਹਿਬ ਤਾਂ ਧੁਰ ਤੋਂ ਹੀ ਸਿੱਖੇ ਹੋਏ ਆ ਸਾਧ ਸੰਗਤ ਜੀ, ਧੁਰ ਤੋਂ ਹੀ। ਪਰ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਵਿੱਚੋਂ ਬਾਬਾ ਝੰਡਾ ਜੀ ਉਹ ਮਹਾਰਾਜ ਸਾਹਿਬ ਜੀ ਨੂੰ ਪਹਿਲਾਂ ਸੰਥਿਆ ਕਰਵਾਉਂਦੇ ਰਹੇ, ਐਸਾ ਇਤਿਹਾਸ ਵਿੱਚ ਜ਼ਿਕਰ ਹੈ। ਪਰ ਇਹ ਤਾਂ ਇੱਕ ਮਹਾਰਾਜ ਨੇ ਮਰਿਆਦਾ ਹੀ ਕਾਇਮ ਕੀਤੀ ਹੈ, ਇੱਕ ਬਹਾਨਾ ਹੀ ਬਣਾਇਆ ਹੈ। ਗੁਰੂ ਸਾਹਿਬ ਗਰੀਬ ਨਵਾਜ਼ ਸਾਹਿਬ ਜੀ ਤਾਂ ਆਦਿ ਕਾਲ ਤੋਂ ਹੀ ਸਿੱਖੇ ਹੋਏ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੋਤ 8ਵੇਂ ਜਾਮੇ ਵਿੱਚ ਪ੍ਰਕਾਸ਼ਮਾਨ ਹੋਈ ਤੇ ਆਪ ਜੀ ਸੰਗਤ ਦੇ ਵਿੱਚ ਸਰੰਦੇ ਦੇ ਨਾਲ ਕੀਰਤਨ ਵੀ ਕਰਿਆ ਕਰਦੇ। ਸਰੰਦੇ ਦੇ ਨਾਲ ਵੇਖੋ 5 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਹੀ ਮਹਾਰਾਜ ਸਾਹਿਬ ਕੀਰਤਨ ਕਰਿਆ ਕਰਦੇ। ਨਹੀਂ ਤੇ ਆਮ ਜਿਹੜਾ ਬੱਚਾ ਹੈ ਉਹ 5 ਸਾਲ ਦੀ ਉਮਰ ਦੇ ਵਿੱਚ ਆਪਣੇ ਆਪ ਨੂੰ ਹੀ ਨਹੀਂ ਸੰਭਾਲਦਾ। ਤੰਤੀ ਸਾਜ਼ ਕਿੰਨਾ ਔਖਾ ਹੈ ਸਿੱਖਣਾ, ਕਿੰਨੇ ਸਾਲ ਲੱਗ ਜਾਂਦੇ ਜਿਹੜੇ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਦੇ ਗੁਰਮੁਖ ਪਿਆਰੇ, ਗੁਰੂ ਘਰ ਦੇ ਕੀਰਤਨੀ। ਕਈ ਸਾਲ ਮਿਹਨਤ ਕਰਨੀ ਪੈਂਦੀ ਉਹਨਾਂ ਨੂੰ। ਤੇ ਮਹਾਰਾਜ ਸਾਹਿਬ ਤਾਂ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਣ ਤੋਂ ਪਹਿਲਾਂ ਹੀ ਸਰੰਦੇ ਦੇ ਨਾਲ ਕੀਰਤਨ ਕਰਿਆ ਕਰਦੇ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। 5.25 ਸਾਲ ਦੀ ਉਮਰ 'ਚ ਤੇ ਉਹ ਗੁਰਤਾ ਗੱਦੀ ਤੇ ਤਖਤ ਤੇ ਸੋਭਨੀਕ ਹੋਏ। ਪਰ ਉਹਦੇ ਤੋਂ ਪਹਿਲਾਂ ਹੀ ਮਹਾਰਾਜ ਸਾਹਿਬ ਜੀ ਪੋਥੀ ਸਾਹਿਬ ਤੋਂ ਨਿਤਨੇਮ ਕਰਦੇ, ਪਾਠ ਕਰਦੇ ਤੇ ਸਰੰਦੇ ਦੇ ਨਾਲ ਕੀਰਤਨ ਕਰਿਆ ਕਰਦੇ। ਛੋਟਾ ਜਿਹਾ ਸਰੰਦਾ ਲੈ ਕੇ ਤੇ ਮਹਾਰਾਜ ਸਾਹਿਬ ਜੀ ਉਹਦੇ ਨਾਲ ਕੀਰਤਨ ਕਰਦੇ। ਔਰ ਸਤਿਗੁਰੂ ਜੀ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ ਕਰਕੇ, ਆਪਣੀ ਰਸਨਾ ਤੋਂ ਮਹਾਨ ਪਵਿੱਤਰ ਉਪਦੇਸ਼ ਬਖਸ਼ ਕਰਕੇ, ਆਪਣੀ ਮਿਹਰ ਦੀ ਦ੍ਰਿਸ਼ਟੀ ਪਾ ਕਰਕੇ ਬੇਅੰਤ ਜੀਵਾਂ ਦਾ ਉਧਾਰ ਕੀਤਾ। ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਦਾ ਸੋਹਣਾ ਤਖਤ ਸਜਦਾ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ। ਜਿਸ ਸਥਾਨ ਤੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਗੁਰਦੁਆਰੇ ਸਾਹਿਬ ਦਾ ਨਾਮ ਹੈ ਸੀਸ ਮਹਿਲ ਸਾਹਿਬ। ਉਹ ਪਾਵਨ ਪਵਿੱਤਰ ਅਸਥਾਨ, ਜਿਸ ਪਾਵਨ ਅਸਥਾਨ ਦੀ ਸੇਵਾ ਸੋ ਗੁਰਮੁਖ ਪਿਆਰੇ ਕਿਲਾ ਆਨੰਦਗੜ੍ਹ ਵਾਲੇ ਮਹਾਂਪੁਰਖਾਂ ਨੇ, ਜਿਨ੍ਹਾਂ ਦੀ ਸੇਵਾ ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਵੀ, ਜੋ ਗੁਰਦੁਆਰਾ ਸੰਤ ਘਾਟ ਸਾਹਿਬ ਮੂਲ ਮੰਤਰ ਸਾਹਿਬ ਅਸਥਾਨ ਦੀ ਵੀ ਮਹਾਂਪੁਰਖੋਂ ਸੇਵਾ ਕਰਵਾ ਰਹੇ ਆ, ਉਹਨਾਂ ਮਹਾਂਪੁਰਖਾਂ ਨੇ ਉਸ ਅਸਥਾਨ ਦੀ ਸੇਵਾ ਕਰਵਾਈ ਹੈ। ਸਾਧ ਸੰਗਤ ਲਗਭਗ ਉਸ ਇਲਾਕੇ ਦੇ ਬਹੁਤੇ ਅਸਥਾਨਾਂ ਦੀ ਸੇਵਾ ਉਹਨਾਂ ਮਹਾਂਪੁਰਖਾਂ ਨੇ ਕਰਵਾਈ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ, ਕੀਰਤਪੁਰ ਸਾਹਿਬ ਦੇ ਇਲਾਕੇ ਦੇ ਵਿੱਚ। ਤੇ ਸਤਿਗੁਰੂ ਗਰੀਬ ਨਵਾਜ਼ ਸਾਹਿਬ ਜੀ ਦਾ ਸੋਹਣਾ ਤਖਤ ਸਜਦਾ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ। ਸੋਹਣਾ ਚੰਦੋਆ ਲੱਗਦਾ ਹੈ।
ਤੇ ਮਹਾਰਾਜ ਸਾਹਿਬ ਜੀ ਤਖਤ ਤੇ ਸੋਭਨੀਕ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਤੇ 8ਵੇਂ ਪਾਤਸ਼ਾਹ ਮਹਾਰਾਜ ਦੇ ਸੀਸ ਤੇ ਚੌਰ ਝੁਲਦਾ ਹੈ। ਅਰਦਾਸੀਏ ਸਿੱਖ ਅਰਦਾਸਾਂ ਕਰਦੇ ਆ ਤੇ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਹੈ ਗੁਰੂ 8ਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਔਰ ਦੂਰੋਂ ਦੂਰੋਂ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਜਿਹੜੇ ਪਹਿਲੇ ਗੁਰਸਿੱਖ ਸੀ ਉਹ ਵੀ ਆਉਂਦੇ ਆ, ਜਿਨ੍ਹਾਂ ਨੇ ਹਾਲੇ ਸਿੱਖੀ ਪ੍ਰਾਪਤ ਕਰਨੀ ਹੁੰਦੀ ਮਹਾਰਾਜ ਸਾਹਿਬ ਜੀ ਦੀ, ਉਹ ਨਵੇਂ ਵੀ ਆ ਕਰਕੇ ਗੁਰੂ ਸਾਹਿਬ ਜੀ ਦੇ ਸਿੱਖ ਸੱਜਦੇ। ਤੇ ਇਹ ਇਤਿਹਾਸ ਕਹਿੰਦਾ ਵੀ ਇਹ ਸਿੱਖਾਂ ਦੀ ਪਰਖ ਦਾ ਸਮਾਂ ਵੀ ਸੀ ਵੀ ਕਈਆਂ ਸਿੱਖਾਂ ਦੇ ਮਨਾਂ ਦੇ ਵਿੱਚ ਭਰਮ ਭੁਲੇਖਾ ਵੀ ਬਣਿਆ ਵੀ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ। ਅਸਲ ਵਿੱਚ ਜਿਹੜੇ ਗੁਰੂ ਕੇ ਸਿੱਖ ਸੀ ਉਹਨਾਂ ਦੇ ਮਨਾਂ ਵਿੱਚ ਨਹੀਂ ਭੁਲੇਖਾ ਬਣਿਆ, ਜਿਨ੍ਹਾਂ ਦੇ ਅੰਦਰ ਗੁਰੂ ਕੀ ਸਿੱਖੀ ਨਹੀਂ ਸੀ ਉਹਨਾਂ ਦੇ ਮਨ ਵਿੱਚ ਕੋਈ ਇਸ ਤਰ੍ਹਾਂ ਦਾ ਭਰਮ ਜਿਹਾ ਵੀ ਬਣਿਆ ਵੀ ਇੰਨੀ ਛੋਟੀ ਉਮਰ ਦੇ ਵਿੱਚ ਮਹਾਰਾਜ ਗੁਰਤਾ ਗੱਦੀ ਦੇ ਮਾਲਕ। ਹੋਰ ਵੀ ਕਈਆਂ ਲੋਕਾਂ ਦੇ ਮਨਾਂ ਵਿੱਚ ਆਇਆ, ਜਿਵੇਂ ਪੰਜੋਖਰਾ ਸਾਹਿਬ, ਉਹ ਲਾਲ ਚੰਦ ਪੰਡਤ, ਉਹਨੇ ਵੀ ਸ਼ੰਕਾ ਕੀਤਾ ਸੀ ਵੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਨਾਮ ਰਖਾਇਆ। ਦੁਆਪਰ ਯੁੱਗ ਦੇ ਅਵਤਾਰ ਉਹ ਭਗਵਾਨ ਕ੍ਰਿਸ਼ਨ ਹੋਏ ਆ, ਜੇ ਉਹਨਾਂ ਦੀ ਉਚਾਰਨ ਕੀਤੀ ਹੋਈ ਹੈ ਗੀਤਾ ਦੇ ਅਰਥ ਕਰਕੇ ਸੁਣਾ ਦੇਣ ਤਾਂ ਮੈਂ ਸਮਝਾਂਗਾ ਵੀ ਇਹਨਾਂ ਦਾ ਏਡਾ ਵੱਡਾ ਨਾਮ ਰਖਾਇਆ ਹੋਇਆ ਸਫਲਾ। ਜਦੋਂ ਸਿੱਖ ਨੇ ਆ ਕੇ ਦੱਸਿਆ ਤੇ ਮਹਾਰਾਜ ਕਹਿਣ ਲੱਗੇ ਵੀ ਜੇ ਅਸੀਂ ਅਰਥ ਸੁਣਾਏ ਨਾ ਪੰਡਤ ਨੂੰ ਸਾਡੇ ਕੋਲੇ ਬੁਲਾਓ। ਤੇ ਉਹਨੇ ਫੇਰ ਉਹੀ ਸਵਾਲ ਕੀਤਾ। ਮਹਾਰਾਜ ਕਹਿੰਦੇ ਪੰਡਤ ਜੀ, ਲਾਲ ਚੰਦ ਪੰਡਤ ਗਰੀਬ ਨਵਾਜ ਕਹਿੰਦੇ ਜੇ ਅਸੀਂ ਅਰਥ ਕਰਕੇ ਸੁਣਾਏ ਤੇ ਤੁਹਾਡੇ ਮਨ 'ਚ ਸ਼ੰਕਾ ਫੇਰ ਨਹੀਂ ਜਾਣਾ, ਤੁਸੀਂ ਕਹਿਣਾ ਸ਼ਾਇਦ ਛੋਟੀ ਉਮਰ 'ਚ ਹੀ ਸਿੱਖ ਲਏ ਹੋਣੇ, ਕਿਸੇ ਕੋਲੋਂ ਪੜ੍ਹ ਲਏ ਹੋਣੇ ਆ ਵੀ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਇਸ ਕਰਕੇ ਛੋਟੀ ਉਮਰ ਵਿੱਚ ਹੀ ਕਿਸੇ ਵਿਦਵਾਨ ਤੋਂ ਅਰਥ ਪੜ੍ਹ ਲਏ ਹੋਣਗੇ। ਪਰ ਤੁਸੀਂ ਜਿਹਨੂੰ ਚਾਹੁੰਦੇ ਹੋ ਉਸ ਨੂੰ ਲੈ ਆਓ। ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਤੇ ਸ਼ੰਕਾ ਕੀਤਾ, ਇਸ ਕਰਕੇ ਜਿਸ ਨੂੰ ਤੁਸੀਂ ਲੈ ਆਓਗੇ ਉਹਦੇ ਤੋਂ ਹੀ ਅਰਥ ਕਰਾ ਦਾਂਗੇ। ਫਿਰ ਉਹਨੇ ਪਿੰਡ ਦੇ ਵਿੱਚੋਂ ਗੂੰਗਾ ਤੇ ਬੋਲਾ ਜਿਹੜਾ ਆਦਮੀ ਸੀ ਨਾ, ਜਿਹਨੂੰ ਚੰਗੀ ਤਰ੍ਹਾਂ ਜਿਹੜਾ ਬੋਲ ਵੀ ਨਹੀਂ ਸੀ ਸਕਦਾ, ਸੁਣਦਾ ਵੀ ਨਹੀਂ ਸੀ, ਤੇ ਜਿਹੜਾ ਪੜ੍ਹਿਆ ਤਾਂ ਕੀ ਜਿਸਨੇ ਪੜ੍ਹਦੇ ਵੀ ਨਹੀਂ ਸੀ ਵੇਖੇ, ਉਹ ਕਾਲਾ ਜਿਹਾ ਉਸਦਾ ਰੰਗ ਸੀ, ਫਟੇ ਪੁਰਾਣੇ ਬਸਤਰ ਸੀ, ਛੱਜੂ ਉਹਦਾ ਨਾਮ ਸੀ, ਛੱਜੂ ਝੀਵਰ ਉਹਨੂੰ ਕਹਿੰਦੇ ਸੀ। ਉਸ ਨੂੰ ਲੈ ਕੇ ਆਇਆ ਤੇ ਲੋਕੀ ਉਹਦੇ ਤੋਂ ਆਪਣਾ ਕੰਮ ਕਰਾਉਂਦੇ ਸੀ, ਘਰ ਦਾ ਪਾਣੀ ਭਰਾਉਂਦੇ ਸੀ। ਜਦੋਂ ਮਹਾਰਾਜ ਦੇ ਪਾਸ ਲਿਆਂਦਾ, ਕਹਿੰਦਾ ਜੀ ਇਹਦੇ ਤੋਂ ਅਰਥ ਕਰਾ ਦਿਓ। ਤੇ ਸਤਿਗੁਰੂ ਗਰੀਬ ਨਵਾਜ ਨੇ ਆਖਿਆ ਕਿ ਗੁਰਸਿੱਖੋ ਇਹਦਾ ਇਸ਼ਨਾਨ ਕਰਾਓ। ਉਹਦਾ ਇਸ਼ਨਾਨ ਕਰਵਾਇਆ, ਨਵੇਂ ਬਸਤਰ ਪਵਾਏ, ਮਹਾਰਾਜ ਦੇ ਪਾਸ ਲਿਆਇਆ। ਗੁਰੂ ਸਾਹਿਬ ਨੇ ਸੋਟੀ ਰੱਖੀ ਉਹਦੇ ਸਿਰ ਦੇ ਉੱਤੇ, ਹੱਥ ਵਿੱਚ ਸੋਟੀ ਮਹਾਰਾਜ ਸਾਹਿਬ ਜੀ ਰੱਖਿਆ ਕਰਦੇ। ਉਹ ਛੜੀ ਰੱਖੀ ਜਦੋਂ ਸਿਰ ਦੇ ਉੱਤੇ, ਤੇ ਗਰੀਬ ਨਵਾਜ ਨੇ ਆਪਣੀ ਕਲਾ ਵਰਤਾ ਦਿੱਤੀ। ਗੁਰੂ 8ਵੇਂ ਪਾਤਸ਼ਾਹ ਜੀ ਨੇ ਕਹਿਣ ਲੱਗੇ ਵੀ ਇਹ ਪੰਡਤ ਗੀਤਾ ਦੇ ਅਰਥ ਸੁਣਨਾ ਚਾਹੁੰਦਾ, ਇਹਦੇ ਅਰਥ ਸੁਣਾਓ ਗੀਤਾ ਦੇ। ਤੇ ਫਿਰ ਉਹ ਛੱਜੂ ਝੀਵਰ ਬੋਲਿਆ। ਜਿਹੜੀ ਪਹਿਲੀ ਗੱਲ ਉਹਨੇ ਬੋਲੀ ਨਾ, ਉਹਨੇ ਵਿਦਵਾਨਾਂ ਵਾਲੀ ਬੋਲੀ 'ਚ ਹੀ ਫਿਰ ਬੋਲੀ। ਕਹਿਣ ਲੱਗਾ ਕਸਮਨ ਸ਼ਾਸਤਰ ਪ੍ਰਵਿਰਤ ਤੇ। ਜਦੋਂ ਇਹ ਗੱਲ ਆਖੀ ਨਾ ਕਸਮਨ ਸ਼ਾਸਤਰ ਪ੍ਰਵਿਰਤ ਤੇ ਲਾਲ ਚੰਦ ਪੰਡਤ ਹੈਰਾਨ ਹੋ ਗਿਆ ਵੀ ਇਹਨੂੰ ਤੇ ਬੋਲਣਾ ਨਹੀਂ ਆਉਂਦਾ ਸੀ, ਇਹ ਕਿਵੇਂ ਏਡੀ ਵੱਡੀ ਗੱਲ ਕਰਦਾ। ਉਹਨੇ ਆਖਿਆ ਕਿਹੜੇ ਗ੍ਰੰਥ ਦੇ ਵਿੱਚ ਪ੍ਰਵਿਰਤ ਹੋਣਾ, ਕਿਹੜੇ ਗ੍ਰੰਥ ਦੇ ਅਰਥ ਸੁਣਨੇ ਆ ਤੂੰ ਦੱਸ। ਫਿਰ ਡਰਦਾ ਡਰਦਾ ਜੋ ਘਬਰਾ ਜੇ ਗਿਆ ਪੰਡਤ ਵਿਦਵਾਨ। ਤੇ ਜਦੋਂ ਬੰਦਾ ਡਰ ਜਾਵੇ ਜੋ ਆਉਂਦਾ ਹੋਵੇ ਉਹ ਵੀ ਭੁੱਲ ਜਾਂਦਾ। ਉਹ ਡਰ ਗਿਆ ਤੇ ਫਿਰ ਜਿਹੜਾ ਗੀਤਾ ਦਾ ਸ਼ਲੋਕ ਪੜ੍ਹਿਆ ਤੇ ਉਹ ਸਹੀ ਪੜ੍ਹਿਆ ਨਾ ਗਿਆ, ਗਲਤ ਪੜ੍ਹਿਆ ਗਿਆ। ਉਚਾਰਨ ਸਹੀ ਨਾ ਹੋਇਆ, ਵਿਸਰਾਮ ਸਹੀ ਨਾ ਲੱਗਾ। ਕਿਉਂਕਿ ਜਿੰਨਾ ਚਿਰ ਉਚਾਰਨ ਸਹੀ ਨਾ ਹੋਵੇ, ਜਿੰਨਾ ਚਿਰ ਉਹਨੂੰ ਪੜ੍ਹਿਆ ਸਹੀ ਨਾ ਜਾਵੇ, ਉਹਨਾਂ ਚਿਰ ਅਰਥ ਵੀ ਸਹੀ ਨਹੀਂ ਹੁੰਦਾ। ਤੋ ਇਸ ਕਰਕੇ ਜਦੋਂ ਉਹਨੇ ਪੜ੍ਹਿਆ ਤੇ ਉਹ ਗਲਤ ਪੜ੍ਹੇ। ਤੇ ਫਿਰ ਛੱਜੂ ਝੀਵਰ ਆਪ ਹੀ ਸ਼ਲੋਕ ਪੜ੍ਹੇ, ਕਵੇ ਵੀ ਪੰਡਤ ਇਹ ਸ਼ਲੋਕ ਇਸ ਤਰ੍ਹਾਂ ਨਹੀਂ, ਇਹਦਾ ਉਚਾਰਨ ਇਸ ਤਰ੍ਹਾਂ ਵਾ। ਨਾਲੇ ਆਪ ਸ਼ਲੋਕ ਪੜ੍ਹੇ, ਆਪ ਫਿਰ ਅਰਥ ਕਰਕੇ ਦੱਸੇ। ਜਦੋਂ ਅਰਥ ਕਰਕੇ ਦੱਸੇ ਫਿਰ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਪੰਡਤ ਨੇ। ਉਹਨੇ ਕਿਹਾ ਮਹਾਰਾਜ ਤੁਸੀਂ ਠੀਕ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹੋ। ਤੇ ਫਿਰ ਬੇਨਤੀ ਕੀਤੀ ਮਹਾਰਾਜ ਮੈਨੂੰ ਹੁਣ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਚਰਨ ਪੌਲ ਲੈ ਕਰਕੇ ਸਿੱਖ ਬਣ ਗਿਆ ਫਿਰ ਮਹਾਰਾਜ ਸਾਹਿਬ ਜੀ। ਇਹ ਲਾਲ ਚੰਦ ਉਸ ਸਥਾਨ ਤੇ ਲੰਮਾ ਇਤਿਹਾਸ ਹੈ। ਮਹਾਰਾਜ ਸਾਹਿਬ ਨੇ ਨਿਸ਼ਾਨ ਸਾਹਿਬ ਵੀ ਚੜਾਇਆ, ਅੱਜ ਵੀ ਨਿਸ਼ਾਨ ਸਾਹਿਬ ਉੱਥੇ ਸੋਭਨੀਕ ਹੈ। ਉੱਥੇ ਗਰੀਬ ਨਵਾਜ ਸਾਹਿਬ ਜੀ ਨੇ ਉਹ ਸਰੋਵਰ ਸਾਹਿਬ ਦੇ ਮਹਾਰਾਜ ਦੀ ਵੀ ਰਚਨਾ। ਫਿਰ ਉਸ ਸਥਾਨ ਦੀ ਸੇਵਾ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਹ ਸਰੋਵਰ ਸਾਹਿਬ ਦੀ ਸੇਵਾ ਕਰਵਾਈ ਸੀ ਆਪਣੇ ਸਮੇਂ ਵਿੱਚ। ਉੱਥੇ ਲੰਮਾ ਸਮਾਂ ਰਹਿ ਕੇ ਗੁਰਬਾਣੀ ਦੀ ਕਥਾ ਗੁਰੂ ਦੀਆਂ ਸੰਗਤਾਂ ਨੂੰ ਮਹਾਂਪੁਰਖ ਸੁਣਾਇਆ ਕਰਦੇ ਸਨ। ਤੋ ਐਸੇ ਗਰੀਬ ਨਵਾਜ ਸਤਿਗੁਰੂ 8ਵੇਂ ਪਾਤਸ਼ਾਹ
ਜਿਨ੍ਹਾਂ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ, ਬੇਅੰਤ ਜੀਵਾਂ ਨੂੰ ਤਾਰਿਆ ਤੇ ਅੱਜ ਵੀ ਤਾਰ ਰਹੇ ਆ। ਅੱਜ ਵੀ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਵਰਤਾ ਰਹੇ ਆ। ਇੱਕ ਵਾਰੀ ਫੇਰ ਆਪ ਸਾਰੀਆਂ ਗੁਰੂ ਕੀਆਂ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ 366ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸਤਿ ਸ੍ਰੀ ਅਕਾਲ। ਸੋ ਲੜੀਵਾਰ ਰੂਪ ਦੇ ਵਿੱਚ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ। ਸੋ ਸਾਧ ਸੰਗਤ ਜੀ, ਆਪ ਜੀ ਨੇ ਕੱਲ ਸਤਿਕਾਰਯੋਗ ਗਿਆਨੀ ਜੀ ਦੇ ਪਾਸੋਂ ਪਾਵਨ ਪਵਿੱਤਰ ਪ੍ਰਸੰਗ ਸਰਵਣ ਕੀਤਾ ਹੈ। ਪਿਤਾ ਜੀ ਨੇ ਜਿਵੇਂ ਆਪਣੇ ਪੁੱਤਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਆਖਿਆ ਕਿ ਪੁੱਤਰ ਇਸ ਤਰ੍ਹਾਂ ਵਿਹਲੇ ਬੈਠਿਆਂ ਮਨ ਉਦਾਸ ਰਹਿੰਦਾ ਹੈ, ਕੋਈ ਕੰਮਕਾਰ ਕਰਿਆ ਕਰੋ, ਚੱਲ ਆਪਣੀਆਂ ਮੱਝਾਂ ਗਾਵਾਂ ਹੀ ਚਾਰ ਲਿਆਇਆ ਕਰੋ। ਤੇ ਆਪਣਾ ਨੌਕਰ ਤੇ ਜਾਂਦਾ ਵਾ ਚਾਰਨ ਵਾਸਤੇ, ਪਰ ਉਹ ਚੰਗੀ ਤਰ੍ਹਾਂ ਨਹੀਂ ਰਜਾ ਕੇ ਲਿਆਉਂਦਾ। ਤੁਸੀਂ ਆਪ ਜਾਇਆ ਕਰੋ, ਵਧੀਆ ਚੰਗੀ ਤਰ੍ਹਾਂ ਗਾਵਾਂ ਮੱਝਾਂ ਚਾਰ ਕੇ ਲਿਆਓਗੇ, ਦੁੱਧ ਵੱਧ ਦਿਆ ਕਰਨਗੀਆਂ। ਪਿਤਾ ਜੀ ਨੂੰ ਆਖਿਆ 7 ਵਜਣ ਦੀ। ਫਿਰ ਆਪ ਆਪਣੇ ਹੱਥੀਂ ਰੱਸੇ ਖੋਲ੍ਹੇ। ਉਹਨਾਂ ਦਿਨਾਂ ਵਿੱਚ ਜ਼ਿਆਦਾ ਚਾਰਿਆ ਹੀ ਕਰਦੇ ਸਨ। ਆ ਥੋੜਾ ਸਮਾਂ ਪਹਿਲਾਂ ਵੀ ਚਾਰਿਆ ਕਰਦੇ ਸੀ, ਮੰਡ ਦੇ ਵਿੱਚ ਜ਼ਿਆਦਾ ਚਰਾਂ ਦੀ ਹੁੰਦੀ ਸੀ, ਪਰ ਸਦੀਆਂ ਪਹਿਲਾਂ ਤੇ ਜ਼ਿਆਦਾ ਚਾਰਿਆ ਹੀ ਕਰਦੇ ਸਨ ਪਸ਼ੂ। ਉਦੋਂ ਪਸ਼ੂ ਬਹੁਤ ਜ਼ਿਆਦਾ ਰੱਖਿਆ ਕਰਦੇ ਸੀ ਤੇ ਉਦੋਂ ਦੁੱਧ ਵੀ ਨਹੀਂ ਸੀ ਵੇਚਦੇ। ਉਦੋਂ ਕਹਿੰਦੇ ਸੀ ਦੁੱਧ ਨਹੀਂ ਵੇਚੀਦਾ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਦੁੱਧ ਨਹੀਂ ਵੇਚੀਦਾ। ਤੇ ਇਸ ਕਰਕੇ ਘਰਾਂ ਵਿੱਚ ਰਿੜਕ ਲੈਂਦੇ ਸੀ। ਘਿਓ ਭਾਵੇਂ ਵੇਚ ਲੈਣ ਪਰ ਦੁੱਧ ਨਹੀਂ ਸੀ ਵੇਚਦੇ, ਘਿਓ ਕੱਢਿਆ ਕਰਦੇ ਸੀ ਘਰਾਂ ਵਿੱਚ। ਫਿਰ ਆਪ ਮਾਰੇ ਚਾਰਨ ਵਾਸਤੇ ਜਾਂਦੇ। ਤੇ ਹੁਣ ਇੱਕ ਦਿਨ ਆਪ ਮੌਜ ਦੇ ਮਾਲਕ ਸਤਿਗੁਰੂ ਜੀ ਨੇ ਉਹ ਵਾੜ ਜਿਹੜੀ ਸੀ ਕਣਕ ਦੇ ਦੁਆਲੇ ਕੀਤੀ, ਉਹ ਵਾੜ ਆਪ ਖੋਲ ਕੇ ਤੇ ਉਹਦੇ 'ਚ ਮੱਝਾਂ ਗਾਵਾਂ ਵਾੜ ਦਿੱਤੀਆਂ ਤੇ ਆਪ ਬਰਾਜ ਕੇ ਸੌਂ ਗਏ। ਤੇ ਹੁਣ ਕਣਕ ਜਿਹੜੀ ਹਰੀ ਭਰੀ ਆ ਉਹ ਛਕ ਛਕਾ ਕੇ ਮੱਝਾਂ ਗਾਵਾਂ ਖਾ ਕੇ ਰੱਜ ਪੁੱਜ ਕੇ ਵਿੱਚੇ ਹੀ ਬਹਿ ਗਈਆਂ। ਨਾਲੇ ਤੇ ਚੰਗੀ ਤਰ੍ਹਾਂ ਰੱਜ ਕੇ ਉਹਨਾਂ ਨੇ ਢਿੱਡ ਭਰੇ ਤੇ ਨਾਲੇ ਉਹਨਾਂ ਨੇ ਮਿੱਧ ਵੀ ਦਿੱਤੀ ਕਣਕ। ਜਦੋਂ ਵਿੱਚ ਪਸ਼ੂ ਹੁਣ ਮੱਝਾਂ ਗਾਵਾਂ ਤੁਰੀਆਂ ਫਿਰਦੀਆਂ, ਫਿਰ ਉਹ ਮਿੱਧੀ ਜਾਣੀ ਹੈ ਫਸਲ। ਮਹਾਰਾਜ ਬਰਾਜੇ ਪਏ ਆ। ਜ਼ਿਮੀਂਦਾਰ ਆ ਗਿਆ, ਉਹਨੇ ਵੇਖਿਆ ਵੀ ਇਹ ਕਿਸ ਨੇ ਮੇਰੀ ਇਹ ਖੇਤ ਜਿਹੜੀ ਸਾਰਾ ਕਿਆਰਾ ਹੀ ਉਜਾੜ ਦਿੱਤਾ, ਸਾਰੀ ਉਜੜੀ ਪਈ ਆ ਫਸਲ। ਤਾਂ ਉਸ ਮੌਕੇ ਦੇ ਉੱਤੇ ਬਹੁਤ ਗੁੱਸੇ ਵਿੱਚ ਆ ਕਰਕੇ ਇੱਕ ਬੋਲ ਬੋਲਣ ਲੱਗਾ ਵੀ ਮੈਂ ਇੰਨੀ ਮਿਹਨਤ ਕੀਤੀ ਸੀ, ਪਾਣੀ ਲਾ ਲਾ ਕੇ ਸਿੰਜ ਕੇ ਇੰਨੀ ਮਿਹਨਤ ਕਰਕੇ ਤੇ ਇਹ ਕਣਕ ਤਿਆਰ ਕੀਤੀ ਸੀ, ਫਸਲ ਤਿਆਰ ਹੋਈ ਸੀ, ਇਹ ਕਿਸ ਵੱਡੇ ਢੀਠ ਨੇ ਆ ਕਰਕੇ ਮੇਰੀ ਜਿਹੜੀ ਖੇਤੀ ਹੈ ਉਜਾੜ ਦਿੱਤੀ ਹੈ। ਹੇਰ ਕਿਦਾਰ ਸੋ ਭਇਓ ਹਿਰਾਨਾ, ਕ੍ਰਿਸ ਚਾਰੀ ਕਿਨ ਢੀਠ ਮਹਾਨਾ, ਸਿੰਚ ਮੈਂ ਬਹੁ ਦਿਨ ਹਾਰਿਓ, ਕਿਹ ਨਿੱਡਰ ਸਭ ਖੇਤ ਉਜਾਰਿਓ। ਤੋ ਇੱਥੋਂ ਤੀਕ ਸਾਧ ਸੰਗਤ ਜੀ, ਆਪ ਜੀ ਨੇ ਪਿੱਛੇ ਪ੍ਰਸੰਗ ਸਰਵਣ ਕੀਤਾ ਹੈ। ਗੁਰੂ ਬਾਬਾ ਜੀ ਦਾ ਪਵਿੱਤਰ ਧਿਆਨ ਧਰਦਿਆਂ ਹੋਏ ਆ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਹਿਰਦੇ ਵਸਾਉਂਦਿਆਂ ਹੋਏ ਆ। ਇਹ ਸ੍ਰੀ ਨਨਕਾਣਾ ਸਾਹਿਬ ਦਾ ਪਵਿੱਤਰ ਇਤਿਹਾਸ, ਰਾਏ ਭੋਏ ਦੀ ਤਲਵੰਡੀ ਦਾ, ਉਸ ਧਰਤੀ ਨੂੰ ਵੀ ਮਹਾਰਾਜ ਸਾਹਿਬ ਨੇ ਆਪਣੇ ਚਰਨਾਂ ਦੀ ਛੋਹ ਦੇ ਕਰਕੇ ਜਿੱਥੇ ਪਵਿੱਤਰ ਕੀਤਾ ਹੈ, ਜਿੱਥੇ ਇਸ ਧਰਤੀ ਨੂੰ ਪਵਿੱਤਰ ਕੀਤਾ। ਤੋ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ, ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੁਣ ਕਣਕ ਖਾ ਕੇ ਮੱਝਾਂ ਗਾਵਾਂ ਚਰ ਕੇ ਚੰਗੀ ਤਰ੍ਹਾਂ ਤੇ ਵਿੱਚ ਬੈਠੀਆਂ ਹੋਈਆਂ ਹਨ। ਜ਼ਿਮੀਂਦਾਰ ਵੇਖ ਰਿਹਾ ਵਾ ਤੇ ਨਾਲੇ ਕਹਿ ਰਿਹਾ ਵੀ ਇਹ ਕਿੰਨੇ ਜਾਣੀ ਹੈ ਵੀ ਇਹਦਾ ਕੋਈ ਖਸਮ ਨਹੀਂ ਹੈ, ਇਹ ਬਿਨਾਂ ਖਸਮ ਤੋਂ ਹੈ, ਵੀ ਮੇਰੀ ਇਹ ਫਸਲ ਵਾਏ ਤੇ ਮੇਰਾ ਕਿਸੇ ਨੇ ਡਰ ਪੈ ਹੀ ਨਹੀਂ ਮੰਨਿਆ, ਇਹ ਕਿਸ ਨੇ ਚਾਰ ਦਿੱਤੀ ਹੈ। ਕਿਉਂਕਿ ਖੇਤੀ ਹੁੰਦੀ ਖਸਮਾਂ ਸੇਤੀ, ਆਮ ਵੀ ਕਿਹਾ ਜਾਂਦਾ ਨਾ ਖੇਤੀ ਖਸਮਾਂ ਸੇਤੀ। ਇਹ ਖੇਤੀ ਤਾਂ ਬਚਦੀ ਹੈ ਜੇ ਸਵੇਰੇ ਸ਼ਾਮੀ ਉਹਨੂੰ ਗੇੜਾ ਮਾਰੀਏ ਫਸਲ ਨੂੰ, ਵੇਖੀਏ ਕਿ ਉਹ ਪਾਣੀ ਦੇਣ ਵਾਲਾ ਹੈ ਜਾਂ ਜ਼ਿਆਦਾ ਤਾਂ ਨਹੀਂ ਹੈ। ਜਿਵੇਂ ਹੁਣ ਮੀਂਹ ਪਿਆ ਹੈ ਤੇ ਉਸ ਮੌਕੇ ਤੇ ਵੀ ਵੱਟਾਂ ਸੰਭਾਲਣੀਆਂ ਪੈਂਦੀਆਂ। ਤੋ ਇਸ ਤਰੀਕੇ ਨਾਲ ਉਹ ਵੇਖਦਾ, ਕਹਿੰਦਾ ਇਹ ਕਿੰਨੇ ਜਾਣਿਆ ਵੀ ਬਿਨਾਂ ਖਸਮ ਤੋਂ ਹੀ ਬਿਨਾਂ ਮਾਲਕ ਤੋਂ ਹੀ ਹੈ। ਉੱਚੀ ਉੱਚੀ ਗੁੱਸੇ ਵਿੱਚ ਆ ਕੇ ਬੋਲ ਰਿਹਾ ਸੀ ਜ਼ਿਮੀਂਦਾਰ। ਜਦੋਂ ਮਹਾਰਾਜ ਸਾਹਿਬ ਜੀ ਨੇ ਸੁਣੇ ਨਾ ਬੋਲ ਜ਼ਿਮੀਂਦਾਰ ਦੇ, ਫਿਰ ਸਤਿਗੁਰੂ ਜੀ ਬਰਾਜੇ ਪਏ ਸਨ, ਉੱਠੇ ਹਨ। ਹੁਣ ਉੱਠ ਕੇ ਤੇ ਮਹਾਰਾਜ ਸਾਹਿਬ ਜੀ ਸਹਿਜੇ ਸਹਿਜੇ ਬਾਹਰ ਕੱਢਣ ਲੱਗ ਪਏ ਮੱਝਾਂ ਗਾਵਾਂ ਨੂੰ। ਉਹ ਬੈਠੀਆਂ ਰੱਜ ਪੁੱਜ ਕੇ, ਚੰਗੀ ਤਰ੍ਹਾਂ ਰੱਜੀਆਂ ਪਈਆਂ ਬੈਠੀਆਂ ਤੇ ਮਹਾਰਾਜ ਕੱਢਣ ਲੱਗ ਪਏ ਕਣਕ ਦੇ ਵਿੱਚੋਂ ਬਾਹਰ।
ਜ਼ਿਮੀਂਦਾਰ ਗੁੱਸਾ ਕਰਦਾ ਆ, ਉੱਚੀ ਉੱਚੀ ਕਹਿੰਦਾ ਹੈ, ਕਹਿੰਦਾ ਹੁਣ ਇਸ ਤਰ੍ਹਾਂ ਖਾਲੀ ਨਹੀਂ ਤੈਨੂੰ ਮੈਂ ਜਾਣ ਦਿੰਦਾ ਘਰੇ, ਇਸ ਤਰ੍ਹਾਂ ਨਹੀਂ ਜਾਣ ਦਿੰਦਾ। ਹਾਂ, ਜਿੰਨੇ ਕਿਆਰੇ ਮੇਰੇ ਖਵਾਏ ਆ ਨਾ, ਆ ਜਿੰਨਾ ਮੇਰਾ ਥਾਂ ਖਵਾ ਦਿੱਤਾ, ਉਜਾੜ ਦਿੱਤਾ ਕਣਕ ਦਾ, ਪਹਿਲਾਂ ਇਹਦਾ ਸਾਰਾ ਜਿੰਨਾ ਵੀ ਬਣਦਾ ਹੈ ਨਾ ਹਰਜਾਨਾ ਉਹ ਭਰੋ ਤੇ ਫਿਰ ਜਾਇਓ। ਇਹ ਉਜਾੜਾ ਪਹਿਲੋਂ ਭਰੋ ਜਿੰਨੇ ਮੇਰੇ ਕਿਆਰੇ ਖਵਾਏ ਆ, ਜੇ ਨਹੀਂ ਤੁਸੀਂ ਭਰਨਾ ਤੇ ਫਿਰ ਰਾਏ ਬਲਾਰ ਦੇ ਪਾਸ ਚੱਲੋ ਜੋ ਤਲਵੰਡੀ ਦਾ ਹਾਕਮ ਹੈ, ਉਹਦੇ ਪਾਸ ਚੱਲੋ, ਨਿਆਂ ਕਰੇਗਾ। ਇਸ ਤਰ੍ਹਾਂ ਕਹਿ ਕਰਕੇ ਤੇ ਜ਼ਿਮੀਂਦਾਰ ਨੇ ਆਪ ਸਾਰੀਆਂ ਫਿਰ ਗਾਵਾਂ ਤੇ ਮੱਝਾਂ ਹਿੱਕ ਲਈਆਂ ਤੇ ਇਸ ਤਰ੍ਹਾਂ ਗੁੱਸੇ ਦੇ ਵਿੱਚ ਆਇਆ ਹੋਇਆ ਤੇ ਬਹੁਤ ਸ਼ੌਕ ਦੇ ਵਿੱਚ ਉਹਦੀ ਮੱਤ ਹੈ, ਉਹ ਹਿੱਕ ਕੇ ਲਈ ਜਾਂਦਾ। ਕਹਿੰਦਾ ਹੁਣ ਘਰ ਨੂੰ ਨਹੀਂ ਤੈਨੂੰ ਲੈ ਕੇ ਜਾਣ ਦਿੰਦਾ, ਹੁਣ ਰਾਏ ਬਲਾਰ ਕੋਲ ਹੀ ਚੱਲ, ਉੱਥੇ ਜਾ ਕਰਕੇ ਨਿਆਂ ਹੋਵੇਗਾ, ਉੱਥੇ ਫੈਸਲਾ ਹੋਵੇਗਾ, ਮੇਰਾ ਉਜਾੜਾ ਭਰ ਪਹਿਲਾਂ। ਆ ਪਿਛਲੇ ਸਮੇਂ ਵਿੱਚ ਪਿੰਡਾਂ 'ਚ ਹਾਤੇ ਬਣਾਏ ਹੁੰਦੇ ਸੀ, ਜਦੋਂ ਕਿਸੇ ਦੀ ਮੱਝ ਗਾਂ ਖੁੱਲ ਕੇ ਕਿਸੇ ਦੀ ਫਸਲ 'ਚ ਪੈ ਜਾਂਦੀ ਸੀ ਤੇ ਉਹ ਉੱਥੋਂ ਕੱਢ ਕੇ ਤੇ ਹਾਤੇ ਦੇ ਆਉਂਦਾ ਹੁੰਦਾ ਸੀ ਨਾ, ਫਿਰ ਉੱਥੇ ਉਹਨੂੰ ਪੈਸੇ ਭਰਨੇ ਪੈਂਦੇ ਸੀ ਕਿ ਇਹ ਉਜਾੜਾ ਕੀਤਾ, ਇਸ ਨੇ ਪਸ਼ੂ ਨੇ ਉਜਾੜਾ ਕੀਤਾ ਹੈ। ਫਿਰ ਧਿਆਨ ਰੱਖਦਾ ਸੀ, ਕੋਈ ਆਪਣੇ ਖੋਲ੍ਹਦਾ ਨਹੀਂ, ਕਿਸੇ ਦੀ ਫਸਲਾਂ 'ਚ ਛੱਡਦਾ ਨਹੀਂ ਸੀ। ਤਾਂ ਉਸ ਮੌਕੇ 'ਤੇ ਕਹਿੰਦਾ ਵੀ ਹੁਣ ਚੱਲੋ ਰਾਏ ਬਲਾਰ ਦੇ ਪਾਸ। ਕਮਲ ਵਰਗਾ ਮੁਖੜਾ ਹੈ ਜਿਨ੍ਹਾਂ ਦਾ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ। ਮਹਾਰਾਜ ਕਹਿਣ ਲੱਗੇ, ਜ਼ਿਮੀਂਦਾਰ ਜੀ ਮੇਰੀਆਂ ਮੱਝਾਂ ਗਾਵਾਂ ਛੱਡ ਦਿਓ ਤੁਸੀਂ, ਤੇ ਇਹ ਸ਼ੋਕ ਨਾ ਕਰੋ, ਗੁੱਸਾ ਨਾ ਕਰੋ, ਇਹਨੂੰ ਭੁਲਾ ਦਿਓ ਗੁੱਸੇ ਨੂੰ। ਜ਼ਿਮੀਂਦਾਰ ਜੀ ਜਿੰਨੀ ਤੁਹਾਡੀ ਪਰਾਲਬਧ ਹੈ ਨਾ, ਜਿੰਨੇ ਤੁਹਾਡੇ ਭਾਗ ਹਨ, ਉਹ ਤੁਹਾਡੀ ਪਰਾਲਬਧ ਵਿੱਚ ਪਰਮੇਸ਼ਰ ਪ੍ਰਭੂ ਬਰਕਤ ਪਾ ਦੇਵੇਗਾ, ਤੁਹਾਡੇ ਭਾਗਾਂ ਵਿੱਚ ਬਰਕਤ ਪੈ ਜਾਵੇਗੀ। ਨਾਲੇ ਜ਼ਿਮੀਂਦਾਰ ਜੀ ਜਿਹੜਾ ਕਾਰਜ ਵਿਗੜਨਾ ਹੋਵੇ ਉਹ ਵਿਗੜ ਹੀ ਜਾਂਦਾ ਵਾ, ਜਿਹੜਾ ਸੌਰਨਾ ਹੋਵੇ ਉਹ ਸੌਰ ਜਾਂਦਾ, ਜਿਹੜੀ ਗੱਲ ਵਿਗੜਨੀ ਹੋਵੇ ਉਹ ਵਿਗੜ ਹੀ ਜਾਂਦੀ ਹੈ। ਤੇ ਜੇ ਲੜਾਈ ਕਰ ਵੀ ਲਈਏ ਤੇ ਫਿਰ ਕਿਹੜਾ ਵਿਗੜਨ ਵਾਲੀ ਸੌਰ ਜਾਣੀ ਹੁੰਦੀ ਹੈ। ਹੁਣ ਆਪਾਂ ਝਗੜਾ ਕਾਹਤੋਂ ਕਰਨਾ, ਜੇ ਮੱਝਾਂ ਖਾਵਾਂ ਨਹੀਂ ਹੋਣ ਕਿਆਰਾ ਚਾਰ ਹੀ ਲਿਆ ਵਾ, ਕਾਰਜ ਜਿਹੜਾ ਵਿਗੜਨਾ ਸੀ ਉਹ ਵਿਗੜ ਹੀ ਗਿਆ ਵਾ। ਇੰਨੇ 'ਚ ਹੀ ਪ੍ਰਭੂ ਬਰਕਤ ਪਾ ਦੇਵੇਗਾ। ਤੇ ਗੁੱਸਾ ਨਾ ਕਰੋ, ਸ਼ੋਕ ਨਾ ਕਰੋ। ਤੇ ਜਿਹੜੀ ਨਿਜ ਆਪਣੇ ਭਾਗਾਂ ਦੇ ਵਿੱਚ ਹੈ, ਜੋ ਸੌਰਨੀ ਹੋਵੇ, ਜਿਹੜਾ ਕਾਰਜ ਸੌਰਨਾ ਹੋਵੇ, ਉਸ ਨੂੰ ਕੋਈ ਵਿਗਾੜ ਨਹੀਂ ਸਕਦਾ। ਜੋ ਪਰਾਲਬਧ ਹੈ ਉਹ ਕੋਈ ਖੋਹ ਨਹੀਂ ਸਕਦਾ। ਜੋ ਭਾਗਾਂ ਵਿੱਚ ਹੈ, ਜਿੰਨਾ ਪ੍ਰਾਪਤ ਹੋਣਾ ਹੈ ਉਹ ਜ਼ਿਮੀਂਦਾਰ ਜੀ ਪ੍ਰਾਪਤ ਹੋ ਹੀ ਜਾਂਦਾ ਹੈ। ਤੇ ਜਿਹੜਾ ਕਾਰਜ ਵਿਗੜਨਾ ਹੋਵੇ ਉਹ ਵਿਗੜ ਹੀ ਜਾਂਦਾ ਹੈ। ਜਿੰਨਾ ਕਿਸੇ ਨੂੰ ਪਦਾਰਥ ਦੇਣਾ ਹੈ, ਜਿੰਨਾ ਕਿਸੇ ਨੂੰ ਦਾਤ ਦੇਣੀ ਹੈ, ਉਹ ਜਗਤ ਦੇ ਮਾਲਕ ਪਰਮੇਸ਼ਰ ਦੇ ਹੱਥ ਵਿੱਚ ਹੈ। ਉਹ ਪ੍ਰਭੂ ਹੀ ਆਪਣੇ ਹੱਥ ਵਿੱਚੋਂ ਸਭ ਨੂੰ ਦਾਤਾਂ ਵੰਡਦਾ ਹੈ। ਉਹ ਪ੍ਰਭੂ ਕਿਸੇ ਦੂਸਰੇ ਦੀ ਗੱਲ ਨਹੀਂ ਸੁਣਦਾ, ਦੂਸਰੇ ਦੀ ਗਾਥਾ ਨਹੀਂ ਸੁਣਦਾ ਹੈ। ਇਸ ਕਰਕੇ ਐਸੀ ਇਹ ਵਿਚਾਰ ਆਪਣੇ ਹਿਰਦੇ ਵਿੱਚ ਜਾਣ ਕੇ ਮੇਰੀਆਂ ਗਾਵਾਂ ਛੱਡ ਦਿਓ, ਮੇਰੀਆਂ ਮੱਝਾਂ ਛੱਡ ਦਿਓ। ਹੁਣ ਜਿਹੜੀ ਗੱਲ ਹੋ ਹੀ ਗਈ ਤੇ ਉਸ ਬੀਤੀ ਦੀ ਕਹਾਣੀ ਕਿਉਂ ਵਧਾਉਣੀ ਹੈ? ਉਹਦੇ ਕਿਉਂ ਜ਼ਿਆਦਾ ਗੱਲ ਨੂੰ ਅੱਗੇ ਵਧਾਉਣਾ ਹੈ? ਮਹਾਰਾਜ ਨੇ ਬਹੁਤ ਵਾਰੀ ਰੋਕਿਆ ਹੈ, ਵਰਜਿਆ ਹੈ, ਪਰ ਜ਼ਿਮੀਂਦਾਰ ਗੁੱਸੇ ਵਿੱਚ ਆਇਆ, ਉਹ ਨਹੀਂ ਕੋਈ ਗੱਲ ਸੁਣਦਾ। ਕਹਿੰਦਾ ਮੈਨੂੰ ਨਹੀਂ ਤੇਰੀ ਹੁਣ ਕੋਈ ਗੱਲ ਸੁਣਦੀ, ਮੈਂ ਤਾਂ ਇਹ ਮੱਝਾਂ ਗਾਵਾਂ ਰਾਏ ਬਲਾਰ ਕੋਲੇ ਹੀ ਲੈ ਕੇ ਜਾਵਾਂਗਾ। ਜਿਸ ਕਿਸਾਨ ਨੂੰ, ਜਿਸ ਜ਼ਿਮੀਂਦਾਰ ਨੂੰ ਆਪਣੀ ਇਹ ਕਣਕ ਉਜੜੀ ਦਾ ਬੜਾ ਸ਼ੌਕ ਹੋਇਆ ਹੈ, ਮਹਾਰਾਜ ਉਹਨੂੰ ਸਮਝਾਉਂਦੇ ਜਾਂਦੇ ਆ, ਉਹ ਝਗੜਦਾ ਜਾਂਦਾ ਵਾ। ਝਗੜਦਿਆਂ ਝਗੜਦਿਆਂ ਉੱਥੇ ਪਹੁੰਚ ਗਿਆ ਜਿੱਥੇ ਰਾਏ ਬਲਾਰ ਜੀ ਬੈਠੇ ਹੋਏ ਸਨ। ਉਸ ਜ਼ਿਮੀਂਦਾਰ ਨੇ ਰਾਏ ਬਲਾਰ ਜੀ ਦੇ ਅੱਗੇ ਜਾ ਕੇ ਉੱਚੀ ਪੁਕਾਰ ਕੀਤੀ, ਰਾਏ ਜੀ ਮੇਰੀ ਕਣਕ ਸਾਰੀ ਉਜਾੜ ਦਿੱਤੀ ਹੈ,
मेरा क्यारा खेत सारा उजाड़ देता है। मेरी कणक बहुत पली हुई सी, वड्डी हुई सी, अज इन्हां मज्झां ने इन्हां गावां ने सवेरे सवेरे ही खा ली सारी मेरी कणक। मेरा ते खेत ही उजाड़ के रख देता है। राय जी होर किसी ने नहीं उजाड़िया, जो तुहाडा पटवारी है ना मਹਿਤਾ कल्याण चंद, आ उहदे पुत्र ने उजाड़िया जे मेरा खेत। तुहाडे पटवारी दे पुत्र ने उजाड़ दिती मेरी फसल, कणक उजाड़ दिती सारी, अपनियां मੱਝਾਂ गावां छड्ड के। तुहाडे पटवारी ने हुकूमत करदे होए होश ही विसार दिती है, सुरती भुला दिती है, इस करके मेरी फसल उजाड़ दिती है। हे राजन राय बुलार जी, मैं तुहाडे पास आया पुकार करदा वां, मेरा न्याय करो, मेरा फैसला करो। ते जे तुसीं न्याय ना करोगे ना ते फिर तुहाडा ये नगर राय भोए दी तलवंडी उजड़ जावेगा। दिन दिहाड़ी जे इस तरह कणक खवाउण लग पए ते फिर किहदे बचेगे। तुहाडे पटवारी दे पुत्र ने मੱਝਾਂ गावां छड्ड के मेरी सारी कणक खवा दिती है। जे हर रोज ही इस तरह निता प्रति ही खेती उजड़ेगी ते फिर नगर दे जिमीदार किवें अपना गुजारा करनगे, किवें अपनी पालना करनगे। तां जिस वेले राय बुलार ने गल सुनी है जिमीदार दी बेनती, ते बहुत रुखेपन दे विच फिर गुस्से दे विच भर गया हिरदा राय दा। ते मुख तो बड़े फिर कठोर जे बोल बोले। महाराज साहब वाल नूं वेखदियां होइया ये पहला मिलाप सी महाराज दे नाल राय बुलार दा। गुरु साहब दे वाले वेख करके ते बहुत कठोर बोल बोले गुस्से विच आके। महाराज साहब नूं कहन लगा राय बुलार भी तूं सारियां दा डर भुला दिता मन दे विचों, सब को डर और दीन निवारे अपने हिरदे चो सारियां दा डर दूर कर दिता है। सारा डर ला करके इतना खेत उजाड़ रहे हो। ए मस्ताने बच्चिया, तू सारियां दा डर ला करके खेतियां चारी जाना है, तेनू डर नहीं है किसी दा। तू सारियां दा डर ला करके ते किवें फसल उजाड़ी जाना है। फिर अपने नौकरां नाल राय बुलार ने गल कीती, कहन लगा भी इस बच्चे नूं की कहना, ये तो मैनूं मस्ताना लगदा है। ये जिहड़ा मेरे सामने बच्चा है पटवारी दा पुत्र है, ये तो मस्ताने जे सुभाव वाला जापदा है, इसनूं की आखना है। जाओ तुसीं इहदे पिता नूं बुला के लियाओ, अपने पटवारी नूं लियाओ सद के, ਮਹਿਤਾ कल्याण चंद नूं आवाज मारो। ਉਹਦੇ पुत्र ने ये फसल उजाड़ी है ना, इस करके दे पिता नूं लै करके आओ। ਮਹਿਤਾ कल्याण चंद आ करके उजाड़ा भरे। पहुंच गया ये नौकर राय बुलार दा। उन्हें जाके बाबे कल्याण चंद नूं सारी गल दसी कि तुहाडे पुत्र ने जिमीदार दा क्यारा खवा दिता, मੱਝਾਂ गावां छड्ड के रज के विच ही बैठियां सी, सारा उजड़ गया ਉਹਦਾ। ਤੇ ਉਹਨੇ आ के पुकार की ते राय जी ने तुहानूं बुलाया ते आओ छेती चलो ते आके हुण उजाड़ा भरो। ते उस वेले फिर बाबा जी छेती आ गए। पिता जी जिस वेले दसिया ना नौकर ने कि चलो बाबा जी, पटवारी जी चलो अपने पुत्र की करतूत वेखो चल के। जो फलाना अपने नगर का जिमीदार है ना, ओदा खेत गावां विच वाड़ के मੱਝਾਂ विच वाड़ के सारा क्यारा ही उजाड़ दिता, सारा खेत ही उजाड़ दिता है। जदों ये गल सुनी ना नौकर दे कोलों पिता जी ने, ते सुन के मन विच बड़ा दुख पाया। ते मन विच सोचिया, पिता जी विचारन लगे भी ये पुत्र नानक ने अज तक सुख नहीं विखाया कदी।
कोई सुख का काम नहीं किया अज दे दिन तक सुख विखाउण वाला। नौकर दे नाल चल करके पिता जी उत्थे पहुंच गए जिथे राय बुलार जी आ ते राय बुलार जी दे पास धन श्री गुरु नानक देव साहब जी महाराज हन। आउंदिया वेखिया ना बाबा कालू जी नूं ते वेख के राय जी बड़ा कठोर बोल बोलिया। फिर सुन मैता कल्याण चंद, तेनू थोड़ा जिन्ना भी डर नहीं है। तू अपनियां गावां चारन वास्ते मझां चारन वास्ते मस्ताने जे पुत्र नूं अपने नूं भेज दिता है। ये अपने मस्ताने पुत्र नूं भेज दिता, इन्हें सारा खेत ही उजाड़ दिता है। ये इस तरह कर्म करेगा तो किवें निभेगा, किवें गुजारा होवेगा। हुण गावां मझां तेरियां इत्थे आ गईयां वा पटवारी, हुण पहलां जिमींदार दा उजाड़ा भर ते अपना माल फिर घरे लैके जावें। अपनियां गावां मझां फिर लैके जावीं। पहलां जिमींदार ने पुकार कीती, इहदा उजाड़ा भर जिन्ना भी इहदा खेत उजड़िया है। ते महाराज साहब जी ने जदों ये सारी वार्तालाप सुन ली ना, गलबात राय जी दी ते जिमींदार दी, ये सारे बोल बाणी सुन करके गुणा दे खजाने ते कलावान महान शक्तियां वदे मालक अनंत कला होए ठाकुर चढ़िया धन श्री गुरु नानक देव साहब जी बोले। कहन लगे राय जी खेती विच तां कोई किसी ने बिगड़ नहीं पाया, कोई खेती नहीं उजाड़ी किसी ने। ते राय जी तुसीं किवें उजाड़ा लेना चाहुंदे हो साडे पिता जी दे पासों? खेती विचों ते कोई उजाड़ा ही नहीं होया, खेती दा कोई पत्ता नहीं खादा उत्थे, तुसीं किवें उजाड़ा भरना चाहुंदे हो? एक भी पत्ता नहीं खादा कोई खेत दा किसे क्यारे दा, जाके वेख लवो। राय जी तुसीं गुस्से दे विच व्यर्थ सारा कुछ बोल रहे हो, गुस्से विच आके व्यर्थ सारियां गल्लां कह रहे हो। जे फसल खाधी होवेगी, जे खेती खाधी होवेगी मझां ते गावां ने, तां ते राय जी बनदा है कोई उजाड़ा देना ते लेना। फिर तुसीं जो लेना होया ते ओह लै लिओ। जे कुछ खेती दा उजड़िया होवेगा पहलों वेख तां लो, खेती तां उजड़ी नहीं है। तो इस करके जे गवार जेड़ा गवार है ओहदे बोलां दे उत्ते जे प्रतीत करिए, जेड़ा बेसमझ है ओहदे बोलां उत्ते जे भरोसा करिए। जेड़े सियाणे लोग वा ओह सुन करके अपने चित्त दे विच नहीं धारण करदे गवार दे बचना। इस करके तुसीं एवें ही ये जिमींदार दे कहण करके ते गुस्से विच आके कह रहे हो, पहलों वेखो। ते फिर बोलिया है सुन करके वो जिमींदार कहंदा जी उत्थे तां क्यारे दा एक भी कोना साबित नहीं रहा है। फिर जिमींदार बोल पिया, जदों महाराज ने आख्या ना एक पत्ता भी नहीं उजड़िया उत्थे, तां जिमींदार कहंदा उत्थे एक कोना भी नहीं गा कोई साबित रहा, सारा ही खेत उजड़िया होया है। इस करके राय जी भेजो कोई अपना बंदा, अपना आदमी भेजो, जाके वेख के आवे, सारा ही क्याड़ा उजड़िया पिया है। जिमींदार कहंदा मैं झूठ नहीं कहंदा हाँ राय जी आप जी दे पास। हुण दोवां दी जदों ये गलबात सुनी, जिमींदार कहंदा रियाई कख नहीं गा उत्थे, सारे कोने भी उजड़ गए आ। महाराज कहंदे एक पत्ता भी नहीं खाधा किसी ने। राय बुलार दे मन विच संसा आ गया कि निर्णा ते कीता जावे, किन्नी क फसल उजड़ी है। निर्णा करन वास्ते अपने नौकर नूं भेजिया है। वो गया है जिस वेले राय बुलार दा नौकर, ते उन्हें फसल दे आले दुआले जाके, जिमींदार भी नाल गया, क्योंकि जिमींदार ने तो जाना ही सी ना, जिहदा खेत उन्हें दसना भी आ मेरा खेत वा ते आ मेरी फसल आ खाधी पई। ते नौकर भी गया, वो चार छपेरे घूम करके फिर करके उन्हें वेख्या है
ਉਹਨੇ ਜਾ ਕੇ ਵੇਖਿਆ ਕੋਈ ਵਿਗੜ ਨਹੀਂ ਹੈ, ਕੋਈ ਪੱਤਾ ਨਹੀਂ ਖਾਧਾ, ਫਸਲ ਹਰੀ ਭਰੀ ਸਾਰੀ, ਕਿਤੋਂ ਨਹੀਂ ਕੋਈ ਉਜੜੀ ਹੋਈ। ਤਾਂ ਚਾਰ ਚਫੇਰੇ ਵੇਖ ਕਰਕੇ ਤੇ ਵਾਪਸ ਮੁੜਿਆ ਹੈ। ਆ ਕਰਕੇ ਰਾਏ ਬੁਲਾਰ ਦੇ ਨਾਲ ਸਾਰੀ ਗੱਲਬਾਤ ਦੱਸੀ ਹੈ ਕਿ ਰਾਏ ਜੀ ਮੈਂ ਚਾਰ ਚਫੇਰੇ ਵੇਖ ਕਰਕੇ ਖੇਤ ਦੇ ਫਸਲ ਵੇਖੀ ਹੈ, ਕਣਕ ਵੇਖੀ ਹੈ, ਨਾ ਤੇ ਉੱਥੇ ਕੋਈ ਪਸ਼ੂ ਦਾ ਖੋਰ ਖੋਜਾਈ ਉੱਥੇ ਹੈ, ਉੱਥੇ ਕੋਈ ਖੁਰਾ ਖੋਜ ਨਹੀਂ ਹੈ ਪਸ਼ੂ ਦਾ, ਤੇ ਨਾ ਕੋਈ ਬੂਟਾ ਹੀ ਕੋਈ ਟੁੱਟਾ ਹੋਇਆ, ਕੋਈ ਬੂਟਾ ਨਹੀਂ ਉੱਥੇ ਟੁੱਟਾ, ਤੇ ਪਸ਼ੂ ਦਾ ਵੀ ਉੱਥੇ ਕੋਈ ਨਿਸ਼ਾਨ ਨਹੀਂ ਗੇ, ਕੋਈ ਪੈਰ ਲੱਗੇ ਦਾ, ਕੋਈ ਖੁਰ ਖੁਜਾ ਉੱਥੇ ਕੋਈ ਵੀ ਨਹੀਂ ਹੈ। ਤਾਂ ਉੱਥੇ ਤਾਂ ਸਾਰੇ ਨਿਸਰ ਰਹੀ ਹੈ ਕਣਕ ਹੈ, ਸਾਬਤ ਬੂਟੇ ਹਨ। ਚਾਰ ਛਪੇਰੇ ਕਿਤੇ ਵੀ ਕੋਈ ਵਾੜ ਵੀ ਨਹੀਂ ਟੁੱਟੀ ਹੋਈ, ਵਾੜ ਵੀ ਚੰਗੀ ਤਰ੍ਹਾਂ ਲੱਗੀ ਹੋਈ ਹੈ। ਉੱਥੇ ਤੇ ਹਰੀ ਭਰੀ ਐ ਚੰਗੀ ਤਰ੍ਹਾਂ ਜ਼ਮੀਨ ਦੇ ਨਾਲ ਜੜੀ ਚੜਾਈ ਹੋਈ ਹੈ ਫਸਲ। ਇਸ ਕਰਕੇ ਰਾਏ ਜੀ ਇਹ ਜ਼ਿਮੀਂਦਾਰ ਝੂਠਾ, ਇਹ ਝੂਠੀ ਦੁਹਾਈ ਪਾ ਰਿਹਾ ਹੈ। ਰਾਏ ਜੀ ਇਹ ਜ਼ਿਮੀਂਦਾਰ ਦੰਡ ਦੇਣ ਦੇ ਯੋਗ ਆ, ਇਹਨੇ ਝੂਠੇ ਪੁਕਾਰ ਆ ਕੇ ਕੀਤੀ ਆ, ਫਸਲ ਨਹੀਂ ਉਜੜੀ, ਕਿਆਰਾ ਨਹੀਂ ਉਜੜਿਆ, ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ, ਇੱਕ ਵੀ ਬੂਟਾ ਨਹੀਂ ਖਾਧਾ ਹੈ, ਤੇ ਪਸ਼ੂਆਂ ਦਾ ਉੱਥੇ ਕੋਈ ਵੀ ਕਿਸੇ ਪ੍ਰਕਾਰ ਦਾ ਨਿਸ਼ਾਨ ਨਹੀਂ ਹੈ। ਇਹ ਸਾਰੀ ਗੱਲ ਸੁਣ ਕਰਕੇ ਤੇ ਫਿਰ ਜ਼ਿਮੀਂਦਾਰ ਮਨ ਵਿੱਚ ਹੈਰਾਨ ਹੋ ਗਿਆ। ਆਪ ਵੇਖਣ ਵਾਸਤੇ ਜਾਣਾ ਕੀਤਾ, ਛੇਤੀ ਉੱਥੇ ਪਹੁੰਚਿਆ ਜਿੱਥੇ ਹਰੀ ਭਰੀ ਚਾਰ ਕੋਨਿਆਂ ਦੇ ਸਹਿਤ ਫਸਲ ਹੈ। ਜਦੋਂ ਜ਼ਿਮੀਂਦਾਰ ਨੇ ਆਪ ਵੇਖੀ ਕਿ ਹਰੀ ਭਰੀ ਹੈ, ਤੇ ਫਿਰ ਇਸ ਤਰ੍ਹਾਂ ਚੁੱਪ ਹੋ ਗਿਆ ਜਿਵੇਂ ਕੋਈ ਮਤਵਾਰਾ, ਕੋਈ ਮਸਤਾਨਾ ਚੁੱਪ ਕਰ ਜਾਂਦਾ ਹੈ। ਹੁਣ ਹੈਰਾਨ ਹੋਇਆ, ਮਨ ਦੇ ਵਿੱਚ ਸੋਚ ਰਿਹਾ ਹੈ ਵੀ ਮੈਂ ਹੁਣੇ ਹੀ ਵੇਖ ਕੇ ਗਿਆ ਸੀ ਸਵੇਰੇ, ਆਪ ਮੈਂ ਮੱਝਾਂ ਗਾਵਾਂ ਵਿੱਚੋਂ ਕੱਢੀਆਂ, ਆਪ ਮੈਂ ਸਾਰਾ ਵੇਖ ਕੇ ਗਿਆ ਵਾਂ, ਸਾਰੇ ਇਹ ਫਸਲ ਕਿਆਰਾ ਉਜੜਿਆ ਪਿਆ ਸੀ, ਪਰ ਹੁਣ ਕੀ ਹੋਇਆ? ਮੈਂ ਤੇ ਆਪ ਵੇਖਿਆ ਸੀ ਸਾਰਾ ਖੇਤ ਉਜੜਿਆ ਹੋਇਆ। ਇਹ ਮਨ ਵਿੱਚ ਸੋਚਦਾ ਹੈਰਾਨ ਹੋਇਆ ਪਿਆ ਜ਼ਿਮੀਂਦਾਰ। ਥੋੜਾ ਚਿਰ ਪਹਿਲੋਂ ਹੀ ਮੈਂ ਇੱਥੋਂ ਰਾਏ ਬੁਲਾਰ ਦੇ ਪਾਸ ਗਿਆ ਵਾਂ ਪੁਕਾਰ ਕਰਨ ਵਾਸਤੇ, ਕੋਈ ਮੈਨੂੰ ਦੇਰ ਵੀ ਨਹੀਂ ਲੱਗੀ ਹੈ, ਪਰ ਹੁਣ ਮੈਂ ਵਾਪਸ ਆ ਕੇ ਵੇਖਿਆ ਹੈ ਤੇ ਆਉਂਦਿਆਂ ਸਾਰੀ ਹਰੀ ਭਰੀ ਹੋ ਗਈ। ਕੋਈ ਇੱਥੇ ਖੁਰਾ ਖੋਜ ਨਹੀਂ ਹੈ ਪਸ਼ੂਆਂ ਦਾ, ਕੋਈ ਇੱਥੇ ਪੱਤਾ ਨਹੀਂ ਤੋੜਿਆ ਹੋਇਆ, ਸਾਰੀ ਹਰੀ ਭਰੀ ਲਹਿ ਲਹਾਉਂਦੀ ਫਸਲ ਹੈ। ਪਤਾ ਨਹੀਂ ਕੀ ਕਾਰਨ ਹੋਇਆ ਹੈ, ਸਮਝ ਨਹੀਂ ਆਉਂਦੀ ਹੈ, ਵਿਚਾਰ ਨਹੀਂ ਆਉਂਦੀ ਹੈ, ਹੈਰਾਨ ਹੋ ਗਿਆ। ਸਾਧ ਸੰਗਤ ਜੀ, ਗੁਰੂ ਸਾਹਿਬ ਦੇ ਕੌਤਕ ਸਾਰੇ ਵੇਖ ਕੇ ਹੈਰਾਨ ਹੋ ਜਾਂਦਾ ਹੈ ਬੰਦਾ, ਅਸਚਰਜ ਹੋ ਜਾਂਦਾ ਵੀ ਇਹ ਕੀ ਗੱਲ ਹੈ, ਕਿਉਂਕਿ ਸਾਰੀਆਂ ਹੀ ਗੱਲਾਂ ਬੁੱਧੀ ਤੋਂ ਪਰਾਂ ਦੀਆਂ, ਵਪਾਰ ਦੀਆਂ। ਤਾਂ ਹੀ ਤੇ ਬਾਣੀ 'ਚ ਇਹ ਬਚਨ ਆਉਂਦੇ ਆ ਵੀ ਸਦਕੇ ਜਾਈਏ ਮਹਾਰਾਜ ਆਪ ਤੋਂ ਬਲਿਹਾਰ ਜਾਈਏ, ਅੰਤ ਪਾਰਾਵਾਰ ਨਹੀਂ ਕਿਸੇ ਪਾਸਿਓਂ ਆ ਸਕਦਾ, ਕਿਸੇ ਪਾਸਿਓਂ ਅੰਤ ਪਾਰਾਵਾਰ ਨਹੀਂ। ਬੰਦਾ ਬੁੱਧੀ ਦੇ ਨਾਲ ਸਮਝਣ ਦਾ ਯਤਨ ਕਰਦਾ, ਪਰ ਇਹ ਬੁੱਧੀ ਤੋਂ ਪਾਰ ਦੀਆਂ ਗੱਲਾਂ। ਹੁਣ ਬੁੱਧੀ ਦੀ ਵੀ ਕੋਈ ਸੀਮਾ ਵਾ, ਕੋਈ ਹੱਦ ਵਾ, ਪਰ ਮਹਾਰਾਜ ਸਾਹਿਬ ਜੀ ਦੇ ਕੌਤਕ ਤੇ ਅਸਚਰਜ ਵਾ। ਹੈਰਾਨ ਹੋ ਗਿਆ, ਕਹਿੰਦਾ ਸਮਝ ਕੋਈ ਨਹੀਂ ਆਉਂਦੀ, ਅਸਲ ਵਿੱਚ ਸਮਝ ਤੋਂ ਪਰਾਂ ਦੀਆਂ ਗਈਆਂ ਗੱਲਾਂ ਮਹਾਰਾਜ ਸਾਹਿਬ ਜੀ ਦੀ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਮਹਾਰਾਜ ਸਾਹਿਬ ਗਰੀਬ ਨਵਾਜ ਸਾਹਿਬ ਦਾ ਇਹ ਕੌਤਕ ਵੇਖ ਕੇ ਹੈਰਾਨ ਹੋ ਗਿਆ ਜ਼ਿਮੀਂਦਾਰ। ਤੇ ਇਹ ਇੱਕ ਕਿਆਰਾ, ਇੱਕ ਖੇਤ, ਇੱਕ ਫਸਲ ਹਰੀ ਕਰਨੀ ਗੁਰੂ ਸਾਹਿਬ ਵਾਸਤੇ ਕੋਈ ਔਖੀ ਨਹੀਂ। ਸਾਧ ਸੰਗਤ ਜੀ, ਸਾਡੇ ਵਾਸਤੇ ਔਖੀ ਹੈ, ਸਾਡੀ ਸਮਝ ਤੋਂ ਪਰੇ ਦੀ ਗੱਲ ਹੈ, ਪਰ ਮਹਾਰਾਜ ਸਾਹਿਬ ਨੇ ਤੇ ਕਰੋੜਾਂ ਖੰਡਾਂ ਬ੍ਰਹਿਮੰਡਾਂ ਨੂੰ ਹਰਿਆ ਭਰਿਆ ਕੀਤਾ ਹੋਇਆ। ਜਿੰਨੀ ਬਾਕੀ ਫਸਲ ਵਾ ਉਹ ਵੀ ਤਾਂ ਮਹਾਰਾਜ ਨੇ ਹਰੀ ਕੀਤੀ ਆ। ਪੈਦਾ ਵੀ ਗੁਰੂ ਸਾਹਿਬ ਜੀ ਦੀ ਕਲਾ ਦੇ ਨਾਲ ਹੀ ਹੁੰਦੀ ਹੈ।
ਧਰਤੀ ਦੇ ਵਿੱਚ ਬੀਜ ਪਾਇਆ ਜਾਂਦਾ, ਪੁੰਗਰਦਾ, ਉੱਗਦਾ, ਫਸਲ ਪੈਦਾ ਹੁੰਦੀ ਹੈ। ਇਹ ਸਾਰੀ ਮਹਾਰਾਜ ਸਾਹਿਬ ਜੀ ਦੀ ਤਾਂ ਰਚਨਾ, ਮਹਾਰਾਜ ਦੀ ਕੁਦਰਤ ਹੈ। ਮਹਾਰਾਜ ਦੀ ਸ਼ਕਤੀ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਰਿਹਾਵਲਤਾ ਹੋ ਰਹੀ ਹੈ। ਹਰ ਇੱਕ ਨੂੰ ਹਰਿਆ ਭਰਿਆ ਕੀਤਾ, ਸਾਰੇ ਸੰਸਾਰ ਨੂੰ ਹਰਿਆ ਭਰਿਆ ਕੀਤਾ। ਮਨ ਖਿੜਿਆ ਹਰਿਆ ਬਾਗ, ਹਰ ਕਾ ਬਾਗਰਾ, ਸਾਰਾ ਸੰਸਾਰ ਹੀ ਹਰੀ ਦਾ ਬਾਗ। ਤੇ ਇਹਨੂੰ ਹਰਿਆ ਭਰਿਆ ਵੀ ਤਾਂ ਗੁਰੂ ਸਾਹਿਬ ਨੇ ਕੀਤਾ ਹੋਇਆ। ਉਸ ਕਿਆਰੇ ਨੂੰ ਉਜਾੜਿਆ ਵੀ ਆਪ ਤੇ ਹਰਿਆ ਭਰਿਆ ਵੀ ਆਪ ਕੀਤਾ। ਜ਼ਿਮੀਂਦਾਰ ਹੈਰਾਨ ਹੋਇਆ ਪਿਆ ਹੈ, ਸ਼ਰਮਿੰਦਾ ਹੋ ਗਿਆ ਵੇਖ ਕੇ ਆਪਣੇ ਖੇਤ ਨੂੰ। ਫਿਰ ਰਾਏ ਬਲਾਰ ਦੇ ਕੋਲੇ ਨਹੀਂ ਗਿਆ ਵੀ ਹੁਣ ਸ਼ਰਮਿੰਦਾ ਹੋ ਗਿਆ, ਫਸਲ ਤੇ ਉਜੜੀ ਨਹੀਂ, ਹੁਣ ਮੈਂ ਕੀ ਕਵਾਂ ਜਾ ਕੇ ਰਾਏ। ਪਰ ਪਤਾ ਨਹੀਂ ਕੀ ਹੋਇਆ। ਕਹਿੰਦਾ ਸਵੇਰੇ ਤਾਂ ਮੈਂ ਵੇਖੀ ਹੈ ਉਹ ਵੀ ਸੱਚਾ ਸੀ, ਝੂਠਾ ਉਹ ਵੀ ਨਹੀਂ। ਆਪਣੇ ਥਾਂ ਤੇ ਉਹ ਵੀ ਸੱਚਾ, ਇਧਰ ਮਹਾਰਾਜ ਨੇ ਕਲਾ ਵਰਤਾ ਦਿੱਤੀ। ਇਸ ਕਰਕੇ ਸ਼ਰਮਿੰਦਾ ਹੋ ਗਿਆ ਤੇ ਰਾਏ ਦੇ ਪਾਸ ਨਹੀਂ ਗਿਆ। ਪਰ ਕਹਿੰਦੇ ਮਹਾਰਾਜ ਦਾ ਪ੍ਰਭਾਵ ਜਾਣ ਕੇ ਮਹਾਰਾਜ ਦੇ ਚਰਨੀ ਵੀ ਨਹੀਂ ਪਿਆ। ਇਹ ਪ੍ਰਭਾਵ ਵੀ ਨਹੀਂ ਉਸਨੇ ਸਮਝਿਆ, ਨਹੀਂ ਜਾਣਿਆ, ਕਿਉਂਕਿ ਕਰਮ ਮੰਦ ਸੀ, ਮੰਦੇ ਕਰਮ ਸਨ, ਭਾਗ ਨਹੀਂ ਉਹਦੇ ਜਾਗੇ। ਜਿੰਨਾ ਚਿਰ ਭਾਗ ਨਾ ਜਾਗਣ ਉਹਨਾਂ ਚਿਰ ਗੁਰੂ ਕੀ ਮਹਿਮਾ ਨਹੀਂ ਕੋਈ ਜਾਣ ਸਕਦਾ, ਉਹਨਾਂ ਚਿਰ ਗੁਰੂ ਕੀ ਸ਼ਰਨ ਨਹੀਂ ਪੈ ਸਕਦਾ। ਜਦੋਂ ਭਾਗ ਸਾਥ ਦੇਣ ਫੇਰ ਹੀ ਗੁਰੂ ਕੀ ਸ਼ਰਨੀ ਪਿਆ ਜਾਂਦਾ। ਜਿਨ ਧੁਰ ਮਸਤਕ ਲਿਖਿਆ ਤਿਨਾ ਸਤਿਗੁਰ ਮਿਲਿਆ, RAM ਰਾਜੇ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਭਾਗਾਂ ਤੋਂ ਬਿਨਾ ਨਹੀਂ ਗੱਲ ਬਣਦੀ। ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਹੈਰਾਨ ਹੋ ਗਿਆ। ਕਹਿੰਦੇ ਖੇਤ ਦਾ ਜੋ ਪ੍ਰੇਮੀ ਸੀ, ਉਧਰਲੇ ਪਾਸੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਬਾਬਾ ਕਾਲੂ ਜੀ ਦੇ ਨਾਲ ਚੱਲੇ ਆ ਹੁਣ ਆਪਣੇ ਘਰ ਵੱਲ ਨੂੰ। ਸਹਿਤ ਉਤਸ਼ਾਹ ਦੇ ਨਾਲ, ਖੁਸ਼ੀਆਂ ਦੇ ਨਾਲ ਜਾ ਰਹੇ ਹਨ। ਖੇਤ ਦਾ ਜਿਹੜਾ ਰਾਖਾ ਸੀ ਜ਼ਿਮੀਂਦਾਰ, ਉਹ ਝੂਠਾ ਹੋ ਗਿਆ ਰਾਏ ਬਲਾਰ ਦੇ ਸਾਹਮਣੇ। ਜਿਸ ਦੇ ਖੇਤ ਨੂੰ ਮਹਾਰਾਜ ਦੀਆਂ ਮੱਝਾਂ ਗਾਵਾਂ ਨੇ ਖਾ ਲਿਆ ਸੀ, ਉਜਾੜ ਦਿੱਤਾ ਸੀ, ਰਾਏ ਬਲਾਰ ਨੇ ਜਾਣਿਆ ਵੀ ਇਹ ਜ਼ਿਮੀਂਦਾਰ ਹੀ ਮਸਤਾਨਾ ਸੀ। ਇਹ ਜਿਹੜਾ ਕਿਰਸਾਨ ਆਇਆ ਸੀ, ਜ਼ਿਮੀਂਦਾਰ ਆਇਆ ਸੀ, ਉਹ ਹੀ ਮਸਤਾਨਾ ਸੀ। ਕਹਿੰਦੇ ਵੀ ਉਹ ਮਸਤਾਨੇ ਜਿਹੜੇ ਮਤਵਾਰੇ ਨੇ ਬਿਨਾਂ ਉਜੜਿਆਂ ਖੇਤ ਹੀ ਆ ਕੇ ਕਿਉਂ ਹਾਲ ਦੁਹਾਰੀ ਪਾ ਦਿੱਤੀ, ਕਿਉਂ ਪੁਕਾਰ ਕੀਤੀ। ਰਾਏ ਬਲਾਰ ਨੇ ਆਪ ਫਿਰ ਪਛਤਾਵਾ ਕੀਤਾ। ਕਹਿੰਦੇ ਵੀ ਮੈਂ ਮਹਿਤਾ ਕਲਿਆਣ ਚੰਦ ਦੇ ਪੁੱਤਰ ਨੂੰ ਕਿਉਂ ਰੁੱਖਾ ਜਿਹਾ ਬੋਲਿਆ, ਕਿਉਂ ਕਠੋਰ ਬੋਲਿਆ, ਕਿਉਂ ਉਹਨਾਂ ਨੂੰ ਭੈ ਦਿੱਤਾ। ਇਸ ਤਰ੍ਹਾਂ ਇਹ ਕੌਤਕ ਵਰਤਿਆ। ਇਸ ਤਰੀਕੇ ਨਾਲ ਮਾਲਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਜੋ ਜੱਗ ਦੇ ਸੁਆਮੀ ਹਨ, ਅਸਚਰਜ ਲੀਲਾ ਕਰਦੇ ਆ। ਸੋਭਨੀਕ ਮਹਾਰਾਜ ਰੋਜ਼ ਜਾਂਦੇ ਗਾਵਾਂ ਮੱਝਾਂ ਚਾਰਨ ਵਾਸਤੇ, ਗਾਵਾਂ ਤੇ ਮੱਝਾਂ ਦੇ ਚਾਰਨ ਵਾਸਤੇ ਰੋਜ਼ ਜੰਗਲ ਵਿੱਚ ਜਾਂਦੇ ਮਹਾਰਾਜ। ਬਹੁਤਾ ਜੰਗਲ ਹੀ ਹੁੰਦਾ ਸੀ ਤੇ ਕੁਝ ਇਸੇ ਤਰ੍ਹਾਂ ਜਿੱਥੇ ਫਸਲਾਂ ਹੁੰਦੀਆਂ ਸੀ, ਬਹੁਤਾ ਜਿਹੜਾ ਵਿਹਲਾ ਇਲਾਕਾ ਜਿੱਥੇ ਘਾਹ ਹੀ ਹੁੰਦਾ ਸੀ, ਮੱਝਾਂ ਗਾਵਾਂ ਹੀ ਚਾਰਦੇ ਸਨ। ਚਰਾਂਦ ਵਾਲਾ ਇਲਾਕਾ, ਉਹ ਚਰਾਂਦ ਵਾਲੇ ਇਲਾਕੇ ਵਿੱਚ ਤੇ ਜੰਗਲ ਵਿੱਚ ਮਹਾਰਾਜ ਜਾਂਦੇ ਹਨ। ਨਿਤ ਬਣ ਜੈ ਹੈ ਬਿਪਤ ਨਿਵਾਰਨ, ਤੇ ਬਿਪਤਾ ਨੂੰ ਵਿਦਾਰਨ ਦੂਰ ਕਰਨ ਵਾਲੇ ਆ ਸਤਿਗੁਰੂ ਜੀ। ਔਰ ਇਸੇ ਤਰ੍ਹਾਂ ਜਦੋਂ ਜਾਂਦੇ ਨਾ ਮੱਝਾਂ ਗਾਵਾਂ ਲੈ ਕੇ, ਤੇ ਸਾਹਮਣੇ ਜਿਹੜਾ ਖੇਤ ਆ ਜਾਂਦਾ ਹੈ, ਜਿਹੜਾ ਵੀ ਖੇਤ ਸਾਹਮਣੇ ਆ ਜਾਂਦਾ ਹੈ ਤੇ ਉੱਥੇ ਮੱਝਾਂ ਗਾਵਾਂ ਖਾਣ ਲੱਗ ਪੈਂਦੀਆਂ ਵਾ ਫਸਲ। ਤੇ ਸਤਿਗੁਰੂ ਜੀ ਉਹਨਾਂ ਨੂੰ ਰੋਕਦੇ ਨਹੀਂ ਹੈ। ਜਿਹੜਾ ਵੀ ਕਿਆਰਾ ਆਉਂਦਾ, ਜਿਹੜੀ ਫਸਲ ਆਉਂਦੀ ਹੈ, ਕਣਕ ਆਉਂਦੀ ਹੈ, ਉਹ ਕਣਕ ਦੀ ਫਸਲ ਤੇ ਜਿਹੜਾ ਵੀ ਖੇਤ ਹੋਰ ਜੋ ਬੀਜਿਆ ਹੁੰਦਾ, ਉਹਦੇ 'ਚ ਮੱਝਾਂ ਗਾਵਾਂ ਵੜ ਜਾਂਦੀਆਂ, ਖਾਣ ਲੱਗ ਪੈਂਦੀਆਂ। ਮਹਾਰਾਜ ਨਹੀਂ ਰੋਕਦੇ ਕਿਸੇ ਵੀ ਛਕੋ ਆਨੰਦ ਲਓ, ਮੌਜਾਂ ਮਾਣੋ। ਹੁਣ ਜੇ ਤੁਹਾਨੂੰ ਮੈਂ ਚਾਰਨ ਲੱਗਾ ਤੇ ਚੰਗੀ ਤਰ੍ਹਾਂ ਰੱਜੋ ਹੁਣ ਇੱਕ ਤਰ੍ਹਾਂ। ਤੇ ਉਹ ਮਹਾਰਾਜ ਸਾਹਿਬ ਜੀ ਦੇ ਪਸ਼ੂ
ਉਹ ਵੀ ਧਨਤਾ ਵਾਲੇ ਆ, ਜਿਨ੍ਹਾਂ ਦੇ ਮਾਲਕ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਚਾਰ ਰਹੇ ਆ, ਉਹਨਾਂ ਤੇ ਵੀ ਮਿਹਰ ਦ੍ਰਿਸ਼ਟੀ ਪਾ ਕੇ ਉਹਨਾਂ ਨੂੰ ਵੀ ਕਰਤਾਰਥ ਕਰ ਰਹੇ ਹਨ। ਇਸ ਤਰ੍ਹਾਂ ਕਹਿੰਦੇ ਇੱਕੋ ਹੀ ਜ਼ਿਮੀਂਦਾਰ ਦੀ ਗੱਲ ਨਹੀਂ, ਇੱਕ ਨੇ ਤੇ ਜਾ ਕੇ ਰਾਏ ਬਲਾਰ ਕੋਲੇ ਪੁਕਾਰ ਕੀਤੀ ਨਾ, ਹੋਰ ਕਈਆਂ ਖੇਤਾਂ ਦੇ ਵਿੱਚ ਮਹਾਰਾਜ ਦੀਆਂ ਮੱਝਾਂ ਗਾਵਾਂ ਚਰੀਆਂ, ਕਈਆਂ ਨੂੰ ਉਹਨਾਂ ਨੇ ਉਹ ਖਾਣਾ ਕੀਤਾ, ਨਿਪਾਤੇ ਵੀ ਉਹਨਾਂ ਨੂੰ ਉਜਾੜਿਆ। ਪਰ ਉਹਨਾਂ ਜ਼ਿਮੀਂਦਾਰਾਂ ਨੂੰ ਬਿਨਾਂ ਪਤਾ ਲੱਗਿਆ ਤੋਂ ਫਿਰ ਉਸੇ ਤਰ੍ਹਾਂ ਉਹ ਹਰੇ ਭਰੇ ਹੋ ਜਾਂਦੇ ਰਹੇ। ਮਹਾਰਾਜ ਸਾਹਿਬ ਦੀਆਂ ਮੱਝਾਂ ਗਾਵਾਂ ਚਰਦੀਆਂ, ਪਰ ਉਹ ਫਿਰ ਉਸੇ ਤਰ੍ਹਾਂ ਦੇ ਹਰੇ ਭਰੇ ਹੋ ਜਾਂਦੇ। ਹੁਣ ਰੋਜ਼ ਨਵੀਆਂ ਨਵੀਆਂ ਫਸਲਾਂ 'ਚ ਚਰਦੀਆਂ ਮੱਝਾਂ ਗਾਵਾਂ, ਹਰੇ ਭਰੇ ਉਹਨਾਂ ਨੂੰ ਮਹਾਰਾਜ ਕਰ ਦਿੰਦੇ ਆ। ਉਹਨਾਂ ਵਾਸਤੇ ਤੇ ਮੌਜਾਂ ਬਣੀਆਂ ਪਈਆਂ, ਐ ਤਗੜੇ ਹੋ ਗਏ। ਉਹ ਮੱਝਾਂ ਗਾਵਾਂ ਸਾਰੀਆਂ ਮੋਟੀਆਂ ਹੋ ਗਈਆਂ, ਚੰਗੀ ਤਰ੍ਹਾਂ ਰਾਜੀ ਹੋ ਗਈਆਂ, ਤੇ ਦੁੱਧ ਵੀ ਵੱਧ ਗਿਆ ਸਾਰੀਆਂ ਮੱਝਾਂ ਗਾਵਾਂ ਦਾ। ਬਹੁਤਾ ਉਹਨਾਂ ਦੇ ਤਾਂ ਹੀ ਦੁੱਧ ਪ੍ਰਾਪਤ ਹੋਇਆ, ਕਿਉਂਕਿ ਜਿੰਨੀ ਖੁਰਾਕ ਓਨਾ ਹੀ ਦੁੱਧ ਦੇਣਾ ਨਾ। ਹੁਣ ਵਧੀਆ ਚਰਦੀਆਂ, ਕਣਕਾਂ ਦੇ ਵਿੱਚ ਚਰਦੀਆਂ ਫਿਰਦੀਆਂ, ਤੇ ਜਦੋਂ ਸ਼ਾਮਾਂ ਨੂੰ ਸਵੇਰੇ ਉਹਨਾਂ ਦੀ ਧਾਰ ਕੱਢੀ ਜਾਂਦੀ ਹੈ ਤੇ ਉਹ ਦੁੱਧ ਬਹੁਤਾ ਖੁੱਲਾ ਦਿੰਦੀਆਂ। ਮੱਖਣ ਵੀ ਬੜਾ ਨਿਕਲਦਾ ਹੈ, ਦਿਨਾਂ ਪ੍ਰਤੀ ਦਿਨ ਕਹਿੰਦੇ ਵੀ ਮੱਖਣ ਵੀ ਬਹੁਤਾ ਸਵਾਇਆ ਹੋਣ ਲੱਗ ਪਿਆ। ਹੁਣ ਪਿਤਾ ਜੀ ਖੁਸ਼ ਵੀ ਹੋਣ ਲੱਗ ਪਏ, ਕਹਿਣ ਲੱਗੇ ਮੱਝਾਂ ਆਪਣੀਆਂ ਰਾਜੀ ਹੋ ਗਈਆਂ ਪੁੱਤਰ, ਜਿੱਦਣ ਦਾ ਤੂੰ ਲੈ ਕੇ ਜਾਂਦਾ। ਗਾਵਾਂ ਵੀ ਰਾਜੀ ਹੋ ਗਈਆਂ ਤੇ ਦੁੱਧ ਵੀ ਸਾਰਿਆਂ ਦਾ ਵੱਧ ਗਿਆ, ਤੇ ਹੁਣ ਵਧੀਆ ਤੂੰ ਚਾਰ ਕੇ ਲਿਆਉਣਾ ਹੈ, ਤੇ ਮੱਖਣ ਵੀ ਬੜਾ ਨਿਕਲਦਾ, ਘਿਓ ਵੀ ਵਾਹਵਾ ਪੈਦਾ ਹੁੰਦਾ। ਇਸ ਕਰਕੇ ਪਿਤਾ ਜੀ ਬਹੁਤ ਖੁਸ਼ ਹੋਏ। ਹੁਣ ਤਾਂ ਵੱਡਿਆਂ ਵੱਡਿਆਂ ਭਾਂਡਿਆਂ ਵਿੱਚ ਦਹੀਂ ਪਾਇਆ ਜਾਂਦਾ ਹੈ, ਤੇ ਘਰ ਦੀਆਂ ਦਾਸੀਆਂ ਧੰਨ ਮਾਤਾ ਤ੍ਰਿਪਤਾ ਜੀ ਦੀ ਆਗਿਆ ਦੇ ਨਾਲ ਫਿਰ ਉਹ ਮਧਾਣੀਆਂ ਪਾ ਕੇ ਰਿੜਕਦੀਆਂ ਹਨ। ਖੁੱਲਾ ਕਾਰੋਬਾਰ ਸੀ, ਪਟਵਾਰੀ ਸਨ, ਕਈ ਨੌਕਰ ਚਾਕਰ ਕੰਮ ਕਰਦੇ ਸੀ, ਦਾਸ ਦਾਸੀਆਂ ਘਰ ਦੇ ਵਿੱਚ। ਇਸ ਕਰਕੇ ਦਾਸੀਆਂ ਫਿਰ ਉਹ ਮਧਾਣੀ ਉਹਨਾਂ ਦਿਨਾਂ ਵਿੱਚ ਉਹ ਹੱਥ ਵਾਲੀਆਂ ਮਧਾਣੀਆਂ ਹੁੰਦੀਆਂ ਸੀ। ਥੋੜਾ ਸਮਾਂ ਪਹਿਲੋਂ ਹੱਥ ਨਾਲ ਮਾਈਆਂ ਰਿੜਕਦੀਆਂ ਹੁੰਦੀਆਂ ਸੀ, ਹੁਣ ਵੀ ਕਈ ਕਈ ਮਾਈਆਂ ਰਿੜਕਦੀਆਂ, ਤੇ ਉਹ ਫਿਰ ਹੱਥ ਦੇ ਨਾਲ ਮਧਾਣੀ ਪਾ ਕਰਕੇ ਚਾਟੀ ਦੇ ਵਿੱਚ ਦਹੀਂ ਪਾ ਕੇ ਰਿੜਕਿਆ ਜਾਂਦਾ ਹੈ। ਜਦੋਂ ਜ਼ੋਰ ਦੇ ਨਾਲ ਰਿੜਕਿਆ ਜਾਂਦਾ ਹੈ ਤੇ ਫਿਰ ਮੱਖਣ ਕੱਢਿਆ ਜਾਂਦਾ ਹੈ, ਤੇ ਮੱਖਣ ਨੂੰ ਮਾਤਾ ਤ੍ਰਿਪਤਾ ਜੀ ਸਵਾਰ ਸਵਾਰ ਕੇ ਰੱਖਦੇ ਹਨ, ਤੇ ਰੁਚੀ ਦੇ ਨਾਲ ਆਪਣੇ ਪੁੱਤਰ ਸ੍ਰੀ ਨਾਨਕ ਜੀ ਨੂੰ ਮੱਖਣ ਛਕਾਉਂਦੇ ਆ। ਮਾਤਾ ਤ੍ਰਿਪਤਾ ਜੀ ਬਹੁਤਾ ਬਹੁਤਾ ਛਕਾਉਂਦੇ ਆ ਵੀ ਮੇਰਾ ਪੁੱਤਰ ਮੱਝਾਂ ਗਾਵਾਂ ਚਾਰ ਕੇ ਲਿਆਉਂਦਾ ਵਾ, ਛਕਿਆ ਕਰ ਆ ਮੱਖਣ ਛਕ। ਬੜੀ ਪ੍ਰੇਮ ਦੇ ਨਾਲ ਬਹੁਤਾ ਮੱਖਣ ਛਕਾਉਂਦੇ ਮਾਤਾ ਜੀ। ਤੇ ਗਾਵਾਂ ਮੱਝਾਂ ਦੇ ਜਿਹੜੇ ਵੱਛੇ ਵੱਛੀਆਂ ਵਾ, ਕੱਟੇ ਕੱਟੀਆਂ, ਉਹਨਾਂ ਦੇ ਬੱਚੇ ਉਹ ਵੀ ਐ ਤਕੜੇ ਹੋ ਗਏ, ਰਾਜੀ ਹੋ ਗਏ, ਕਿਉਂਕਿ ਉਹਨਾਂ ਨੂੰ ਦੁੱਧ ਬਹੁਤਾ ਮਿਲਦਾ ਹੈ। ਮੱਝਾਂ ਗਾਵਾਂ ਦਾ ਦੁੱਧ ਵੱਧ ਗਿਆ, ਤੇ ਵੱਛੇ ਵੱਛੀਆਂ ਨੂੰ ਵੀ ਦੁੱਧ ਬਹੁਤਾ ਮਿਲਦਾ ਹੈ, ਤੇ ਬਹੁਤਾ ਪੀ ਕੇ ਉਹ ਰੱਜਦੇ ਹਨ। ਇਸ ਤਰੀਕੇ ਨਾਲ ਕਿੰਨਾ ਕੁ ਸਮਾਂ ਮਹਾਰਾਜ ਨੇ ਕੁਝ ਸਮਾਂ ਬਤੀਤ ਕੀਤਾ, ਜੋ ਸਾਰੇ ਸੰਸਾਰ ਦਾ ਉਧਾਰ ਕਰਨ ਵਾਸਤੇ ਆਏ ਆ, ਜੀਵਾਂ ਜੰਤੂਆਂ ਦਾ ਉਧਾਰ ਕਰਨ ਵਾਸਤੇ ਆਏ ਆ। ਉਹ ਮੱਝਾਂ ਗਾਵਾਂ ਦੇ ਛੇੜੂ ਬਣ ਕਰਕੇ ਤੇ ਰਾਏ ਭੋਏ ਦੀ ਤਲਵੰਡੀ ਦੀ ਧਰਤੀ ਤੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਮਹਾਰਾਜ ਮੱਝਾਂ ਗਾਵਾਂ ਚਾਰ ਰਹੇ। ਇਹ ਮਹਾਰਾਜ ਦੀ ਮੌਜ ਹੈ, ਗੁਰੂ ਸਾਹਿਬ ਜੀ ਦੇ ਚੋਜ ਹਨ, ਜਿਹੜੇ ਸਾਰੇ ਸੰਸਾਰ ਦਾ ਉਧਾਰ ਕਰਨ ਵਾਸਤੇ ਆਏ। ਤੇ ਉੱਥੇ ਸਾਧ ਸੰਗਤ ਜੀ ਅੱਜ ਕੱਲ ਅਸਥਾਨ ਬਣਿਆ ਹੈ, ਜਿੱਥੇ ਜਿਹੜੇ ਕਿਆਰੇ ਨੂੰ ਖਾਧਾ ਸੀ ਨਾ ਮਹਾਰਾਜ ਦੀਆਂ ਮੱਝਾਂ ਨੇ, ਮਹਾਰਾਜ ਦੀਆਂ ਗਾਵਾਂ ਨੇ, ਤੇ ਕਿਆਰਾ ਸਾਹਿਬ ਉਸ ਗੁਰਦੁਆਰੇ ਸਾਹਿਬ ਦਾ ਨਾਮ ਆ, ਕਿਆਰਾ ਸਾਹਿਬ। ਦਰਸ਼ਨ ਤਾਂ ਨਹੀਂ ਹੋਏ, ਪਰ ਇਤਿਹਾਸ ਵਿੱਚੋਂ ਪੜ੍ਹਿਆ ਹੈ ਕਿ ਉਸ ਅਸਥਾਨ ਦਾ ਨਾਮ ਉੱਥੇ ਗੁਰਦੁਆਰਾ ਸਾਹਿਬ ਹੈ, ਤੇ ਉਸ ਅਸਥਾਨ ਦਾ ਨਾਮ ਕਿਆਰਾ ਸਾਹਿਬ ਹੈ, ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਬਖਸ਼ਿਸ਼ਾਂ ਵਰਤਾਈਆਂ, ਐਸੀਆਂ ਰਹਿਮਤਾਂ ਵਰਤਾਈਆਂ, ਉਹ ਸਾਰੇ ਹੀ ਅਸਥਾਨ। ਤੋ ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ।
ਵਾਹਿਗੁਰੂ 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 हे गोविंद हे गोपाल हे दयाल लाल प्राणनाथ अनाथ सखे दीन दर्द निवार हे समरथ अगम पूरन मोहे मया धार अंधकूप महाभयान नानक पारे उतार आए प्रभु शरणागति कृपा निध दयाल एक अक्षर हर मन बसत नानक होत निहाल कथा निता प्रत होत है सुनहो सिंह सुजान नानक गुर गोबिंद सिंह जी सदा करे वाहिगुरु नाम जहाज है चढ़े सो उतरे पार जो शरदा कर सेव दे गुर पार उतारन हार जो शरदा कर सेव दे गुर पार उतारन हार। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।